ਤੁਸੀਂ ਹਰਿਆਣਾ ਦੀ ਲੋਕ ਕਹਿੰਦੇ ਹਰਿਆਣਾ ਦੀ ਬਹੁਤ ਜ਼ਿਆਦਾ 1000 ਰੁਪਇਆ ਫੀਸ ਹੈ, ਪਰ ਇਹ ਹਜ਼ਾਰ ਤੋਂ ਵੀ ਜ਼ਿਆਦਾ 3000 ਹੈ। ਔਰ यूपी ਚੋਂ 100-125 ਤੋਂ ਲੈ ਕੇ ਕਿਸੇ ਵੀ ਐਗਜ਼ਾਮ ਦੀ ਜਿਹੜੀ ਫੀਸ ਹੈ ਉਹ 300 ਤੋਂ ਜ਼ਿਆਦਾ ਨਹੀਂ ਹੈ। ਹਿਮਾਚਲ 500 ਹੈ ਜਾਂ ਕਿਤੇ 800 ਹੈ, ਈਵਨ ਕਈ ਜਗ੍ਹਾ 200-300 ਵੀ ਹੈ। ਲੇਕਿਨ ਪੰਜਾਬ ਨੇ ਹੱਦ ਕੀਤੀ ਹੋਈ ਹੈ। ਪੰਜਾਬ ਨੇ ਜਿਹੜਾ ਭੱਤਾ ਅਨਾਉਂਸ ਕੀਤਾ ਸੀ ਅਸੀਂ ਬੇਰੁਜ਼ਗਾਰਾਂ ਨੂੰ ਦੇਵਾਂਗੇ ਸਾਡੇ ਯੂਥ ਨੂੰ, ਉਹ ਦੇਣਾ ਤਾਂ ਕੀ ਸੀ, ਉਲਟਾਂ ਤੋਂ ਇਸ ਫੀਸ ਦੀ ਫਾਰਮ 'ਚ ਮੈਨੂੰ ਤਾਂ ਲੱਗਦਾ ਹੈ ਇਹ ਲਿਆ ਜਾ ਰਿਹਾ ਹੈਗਾ। ਬਹੁਤ ਵੱਡੀ ਸਾਨੂੰ ਇੱਕ ਪ੍ਰੋਬਲਮ ਆ ਰਹੀ ਹੈ ਕਿ ਲੋਕ ਤਿਆਰੀ ਕਰਨਾ ਚਾਹੁੰਦੇ ਆ, ਏਬਲ ਹੈਗੇ ਆ, ਪਰ ਸਾਡਾ ਜਿਹੜਾ ਯੂਥ ਹੈ ਉਹ ਇਸ ਚੀਜ਼ ਤੋਂ ਮਾਰ ਖਾ ਰਿਹਾ ਪੰਜਾਬ ਦਾ, ਫਿਰ ਉਹ ਨਸ਼ਿਆਂ ਵੱਲ ਤਾਂ ਜਾਏਗਾ ਹੀ। ਕਿਤੇ ਅਸੀਂ ਦੇਣ ਦੀ ਗਰੰਟੀ ਕਰਦੇ ਹਾਂ 1 ਲੱਖ ਨੌਕਰੀਆਂ, ਤੇ ਕਿਸੇ ਅਸੀਂ ਉੱਥੇ ਖਤਮ ਕਰ ਰਹੇ ਹਾਂ। ਔਰ ਇਹ ਤਾਂ ਡਾਇਰੈਕਟ ਖਤਮ ਕੀਤੀਆਂ, ਇਨਡਾਇਰੈਕਟ ਜਿਹੜੀ ਮਾਰ ਪੈ ਰਹੀ ਹੈ ਉਹ ਫੀਸ ਤੋਂ ਪੈ ਰਹੀ ਹੈ। ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਮਿਲੇ ਸੀ ਲਾਸਟ ਈਅਰ, ਔਰ ਇਹ ਸਮੱਸਿਆ ਰੱਖੀ ਸੀ ਕਿ ਫੀਸ ਬਹੁਤ ਜ਼ਿਆਦਾ ਹੈ, ਕਿ ਉਹਨਾਂ ਨੇ ਭਰੋਸਾ ਦਿਵਾਇਆ ਸੀ ਪਰ ਸਮਹਾਓ ਕੁਝ ਖਾਸ ਨਹੀਂ ਹੋ ਪਾਇਆ। ਗਵਰਨਰ ਸਾਹਿਬ ਜਾਣਦੇ ਸੀ ਕਿ 3000 ਫੀਸ ਹੈ ਇੱਕ ਉਹ ਹੈਰਾਨ ਹੋ ਗਏ ਦੇਖ ਕੇ ਕਿ ਇੰਨੀ ਜ਼ਿਆਦਾ ਫੀਸ ਸੀਗੀ। ਪਰ ਇਹ ਵੀ ਹੈਰਾਨਗੀ ਵਾਲੀ ਗੱਲ ਹੈ ਕਿ ਪੰਜਾਬ ਦੇ ਗਵਰਨਰ ਨੂੰ ਇਹੀ ਨਹੀਂ ਪਤਾ। ਜਿਹੜਾ ਇੱਕ ਟੈਲੈਂਟਡ ਬੱਚਾ ਹੈ ਵੀ, ਜਿਹੜਾ ਕਿ ਪੜ੍ਹਿਆ ਲਿਖਿਆ ਅੱਛੀ ਨੌਲੇਜ ਰੱਖਦਾ ਹੈ, ਪਰ ਜੇ ਉਹਦੀ ਜੇਬ ਦੇ ਵਿੱਚ ਇਹ ਹਜ਼ਾਰਾਂ ਰੁਪਏ ਨਹੀਂ ਹੈਗੇ, ਜੇ ਉਹਨੇ ਮਹੀਨੇ ਦੇ ਵਿੱਚ 3-4 ਐਗਜ਼ਾਮ ਭਰਨੇ ਨੇ, ਯਾਨੀ 15-20 ਰੁਪਏ ਉਹ ਜੇਬ 'ਚ ਲੈ ਕੇ ਚੱਲੇ, ਪਰ ਇਹਨਾਂ ਤਾਂ ਕੇਪੇਬਲ ਉਹ ਹੈ ਹੀ ਨਹੀਂ, ਉਹਦੇ ਘਰ ਦਾ ਆਟਾ ਦਾਲ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ। ਮੈਂ ਉਹਨਾਂ ਬੱਚਿਆਂ ਨੂੰ ਜਾਣਦਾ ਜਿਹੜੇ ਮੇਰੇ ਕੋਲ ਆਉਂਦੇ, ਕੁਝ ਲੋਕ ਤਾਂ ਅਫੋਰਡ ਕਰ ਲੈਂਦੇ ਆ, ਪਰ ਇੱਕ ਮੈਜੋਰਟੀ ਪੋਪੂਲੇਸ਼ਨ ਇੱਦਾਂ ਦੀ ਯੂਥ ਦੀ ਜਿਹੜੀ ਨਹੀਂ ਕਰ ਪਾ ਰਹੀ ਹੈਗੀ। ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਕੁਝ ਹੀ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗਾ। ਕਸਮ ਖਾਧੀ ਸੀ ਉਹਨਾਂ ਨੇ ਗੁਟਕਾ ਸਾਹਿਬ ਦੀ। ਚਲੋ ਨਸ਼ਾ ਖਤਮ ਤਾਂ ਨਹੀਂ ਹੋਇਆ, ਪਰ ਨਸ਼ਾ ਮਹਿੰਗਾ ਕਰ ਦਿੱਤਾ। ਐਜੂਕੇਸ਼ਨ ਸਸਤੀ ਕਰਨੀ ਸੀ, ਉਹ ਮਹਿੰਗੀ ਕਰ ਦਿੱਤੀ। ਜੀ ਬਿਲਕੁਲ। ਸਾਡਾ ਜਿਹੜਾ ਪ੍ਰੋਡਕਟਿਵ ਯੂਥ ਹੈ ਉਹੀ ਜਦੋਂ ਸਰਕਾਰ ਦੇ ਕੋਲ ਨਹੀਂ ਜਾ ਰਿਹਾ, ਉਹ ਆਪਣੀ ਸਰਕਾਰ ਕੋਲ ਹੀ ਨਹੀਂ ਪਹੁੰਚ ਪਾ ਰਿਹਾ ਇੱਕ ਪੇਪਰ ਕਲੀਅਰ ਕਰਕੇ, ਤੇ ਉਸ ਦੇਸ਼, ਉਸ ਸਟੇਟ ਦਾ, ਉਸ ਸੂਬੇ ਦਾ ਕੀ ਹੋਏਗਾ, ਉਹ ਕਿੰਨਾ ਵਿਕਸਿਤ ਹੋਏਗਾ, ਇਹ ਤਾਂ ਇੱਥੋਂ ਹੀ ਨਜ਼ਰ ਆ ਰਿਹਾ ਹੈਗਾ। ਨੌਜਵਾਨਾਂ ਦੀ ਗਲਤੀਆਂ ਤਾਂ ਬਾਅਦ ਦੀਆਂ ਹੋਣਗੀਆਂ ਨਾ, ਜਦੋਂ ਪਰਫਾਰਮ ਨਹੀਂ ਕਰਨਗੇ ਆਪਾਂ ਉਹਨਾਂ ਨੂੰ ਸੈੱਟ ਕਰਨ ਦਾ, ਉਹਨਾਂ ਨੂੰ ਸਕੇਚਣ ਦਾ ਮੈਕੈਨਿਜ਼ਮ ਅਲੱਗ ਹੈ, ਪਰ ਇੱਥੇ ਤਾਂ ਐਂਟਰੀ ਨਹੀਂ ਮਿਲ ਪਾ ਰਹੀ। ਜੇ ਜਿਹੜਾ ਬੱਚਾ ਹਜ਼ਾਰਾਂ ਰੁਪਏ ਲਗਾ ਕੇ ਸੀਟ ਤੇ ਬੈਠੇਗਾ ਪੇਪਰ ਲੈ ਕੇ, ਤਾਂ ਉਹ ਰਿਸ਼ਵਤ ਕਿਉਂ ਨਹੀਂ ਲਏਗਾ? ਕਿਉਂਕਿ ਉਹ ਪੈਸੇ ਦੀ ਐਂਟਰੀ, ਉਹਦੀ ਐਂਟਰੀ ਹੀ ਪੈਸੇ ਨਾਲ ਹੋ ਰਹੀ ਹੈ, ਤਾਂ ਉਹ ਖਤਮ ਵੀ ਪੈਸੇ ਨਾਲ ਹੀ ਹੋਏਗੀ ਨਾ। ਤੇ ਮੈਨੂੰ ਲੱਗਦਾ ਕਿ ਇੰਨੀ ਮਹਿੰਗੀ ਅਗਰ ਪੇਪਰ ਦੇਣ ਦੀ ਫੀਸ ਹੋਏਗੀ ਜਾਂ ਹੋਰ ਵੀ ਸਬਬ ਮਹਿੰਗੇ ਹੋਣਗੇ, ਤਾਂ ਅਲਟੀਮੇਟਲੀ ਉਹਨੇ ਰਿਸ਼ਵਤ ਤਾਂ ਫਿਰ ਲੈਣੀ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਹਰ ਪਾਰਟੀ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਵੱਡੇ ਦਾਅਵੇ, ਵੱਡੇ ਐਲਾਨ ਕੀਤੇ ਜਾਂਦੇ ਨੇ। ਸਭ ਤੋਂ ਅਹਿਮ ਦਾਅਵਾ ਕੀਤਾ ਜਾਂਦਾ ਹੈ ਕਿ ਨਸ਼ਿਆਂ ਨੂੰ ਅਤੇ ਬੇਰੁਜ਼ਗਾਰੀ ਨੂੰ ਜੜੋਂ ਖਤਮ ਕੀਤਾ ਜਾਏਗਾ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਜਾਂ ਤਾਂ ਖਾਨਾ ਪੂਰਤੀ ਕੀਤੀ ਜਾਂਦੀ ਹੈ ਤੇ ਜਾਂ ਤਾਂ ਇਹਨਾਂ ਦਾਅਵਿਆਂ ਨੂੰ ਭੁਲਾ ਦਿੱਤਾ ਜਾਂਦਾ ਹੈ। ਬਹੁਤ ਸਾਰੇ ਬੇਰੁਜ਼ਗਾਰ ਨੇ, ਬਹੁਤ ਸਾਰੇ ਲੋੜਵੰਦ ਨੇ ਜੋ ਉੱਥੇ ਦੇ ਉੱਥੇ ਹੀ ਬੈਠੇ ਨੇ, ਯਾਨੀ ਕਿ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਤਾਂ ਸੁਧਾਰ ਕਦੋਂ ਹੋਣਾ ਹੈ, ਕਿਵੇਂ ਹੋਣਾ ਹੈ, ਵੱਡਾ ਸਵਾਲ ਬਣਿਆ ਹੋਇਆ। ਅੱਜ ਮੇਰੇ ਨਾਲ ਇਸ ਬਾਬਤ ਗੱਲਬਾਤ ਕਰਨ ਦੇ ਲਈ ਇੱਕ ਐਜੂਕੇਸ਼ਨਿਸਟ, ਸੋਸ਼ਲ ਐਕਟਿਵਿਸਟ, ਐਂਟਰਪ੍ਰੀਨਿਓਰ ਮੌਜੂਦ ਨੇ, ਜੋ ਪਿਛਲੇ 10 ਸਾਲਾਂ ਤੋਂ PCS ਅਤੇ IAS ਦੇ ਟ੍ਰੇਨਿੰਗ ਕੋਚ ਨੇ। ਬਹੁਤ ਸਾਰੇ ਬੱਚਿਆਂ ਨੂੰ, ਹਜ਼ਾਰਾਂ ਬੱਚਿਆਂ ਨੂੰ ਇੱਕ ਚੰਗੇ ਮੁਕਾਮ ਤੇ ਪਹੁੰਚਾ ਚੁੱਕੇ ਨੇ। ਬਹੁਤ ਸਵਾਗਤ ਹੈ ਜੀ ਡੇਲੀ ਪੋਸਟ। ਥੈਂਕ ਯੂ ਵੈਰੀ ਮਚ। ਪੰਕਜ ਗਾਬਾ ਇਸ ਵੇਲੇ ਮੇਰੇ ਨਾਲ ਮੌਜੂਦ ਨੇ। ਗੱਲਬਾਤ ਕਰਦੇ ਹਾਂ ਪੰਜਾਬ ਦੇ ਵਿੱਚ ਜੇਕਰ ਮੌਜੂਦਾ ਸਥਿਤੀ ਦੀ ਗੱਲ ਕਰੀਏ, ਕਹਿੰਦੇ ਕਿਸੇ ਸੂਬੇ ਦੇ ਵਿਕਾਸ ਨੂੰ ਜਾਣਨਾ ਹੋਏ ਤਾਂ ਉੱਥੇ ਦੇ ਸਿੱਖਿਆ ਅਤੇ ਸਿਹਤ ਸਹੂਲਤਾਵਾਂ ਤੇ ਝਾਤ ਮਾਰ ਲਓ। ਤਾਂ ਕੀ ਕਹਿੰਦੀਆਂ ਨੇ ਸਿੱਖਿਆ ਤੇ ਸਿਹਤ ਸਹੂਲਤਾਵਾਂ? ਸਿੱਖਿਆ ਤੋਂ ਮੇਰਾ ਇੱਥੇ ਭਾਵ ਇਹ ਹੈਗਾ ਜਿਹੜਾ ਸਾਡਾ ਯੂਥ ਹੈ ਉਹਦੇ ਤੇ ਸਿੱਖਿਆ ਦਾ ਕੀ ਅਸਰ ਪੈਂਦਾ। ਤਾਂ ਸਾਡੇ ਯੂਥ ਨਾਲ ਇੱਕ ਮੈਨੂੰ ਸਾਡੀ ਸਰਕਾਰ ਦੀ, ਸਾਡੀ ਸਭ ਦੀ ਜ਼ਿੰਮੇਵਾਰੀ, ਸਮਾਜ ਦੀ ਜ਼ਿੰਮੇਵਾਰੀ ਹੈ ਵੀ ਅਸੀਂ ਉਹਨੂੰ ਕਿੱਦਾਂ ਗਾਈਡ ਕਰਦੇ ਹਾਂ, ਕਿੱਦਾਂ ਲੈ ਕੇ ਚੱਲਦੇ ਹਾਂ। ਤੇ ਜਿਵੇਂ ਕਿ ਤੁਸੀਂ ਦੱਸਿਆ ਹੀ ਹੈ ਕਿ ਮੈਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਵਾ ਰਿਹਾ, ਬੱਚੇ ਮੇਰੇ ਕੋਲ ਆਉਂਦੇ ਨੇ, ਉਹਦੀ ਬੜੀਆਂ ਪ੍ਰੋਬਲਮਸ ਸਾਨੂੰ ਦੇਖਣ ਨੂੰ ਮਿਲਦੀਆਂ ਹੈਗੀਆਂ। ਜਿਵੇਂ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਗੌਰਮੈਂਟ ਜਾਂ ਐਗਜ਼ਾਮਸ ਹੁੰਦੇ ਨੇ, ਜਿਵੇਂ ਕਿ PCS ਹੀ ਸਪੈਸ਼ਲੀ ਤੁਸੀਂ ਦੇਖਿਆ ਹੋਏਗਾ, ਪਿਛਲੇ ਦਿਨੀ ਇੱਕ ਨਾਇਬ ਤਹਿਸੀਲਦਾਰ ਦੀ ਪੋਸਟ ਆਈ ਸੀ, ਹੁਣ PCS ਦਾ ਐਗਜ਼ਾਮ ਆਇਆ, ਉਹਦੀ ਜਿਹੜੀ ਫੀਸ ਹੈ ਉਹ 3000 ਰੁਪਏ ਹੈ, ਜੋ ਕਿ ਐਕਸਟੋਰਬਿਟੈਂਟ ਹੈ, ਬਹੁਤ ਜ਼ਿਆਦਾ ਹੈਗੀ ਹੈ। ਤੁਸੀਂ ਅਗਰ ਉਹਨੂੰ ਕੰਪੇਅਰ ਕਰੋਗੇ ਕਿਸੇ ਵੀ ਸਟੇਟ ਨਾਲ, ਤਾਂ ਇੰਨੀ ਫੀਸ ਕਿਤੇ ਵੀ ਨਹੀਂ ਲਈ ਜਾ ਰਹੀ। ਤੁਸੀਂ ਹਰਿਆਣਾ ਦੀ ਲੋਕ ਕਹਿੰਦੇ ਹਰਿਆਣਾ ਦੀ ਬਹੁਤ ਜ਼ਿਆਦਾ 1000 ਰੁਪਇਆ ਫੀਸ ਹੈ, ਪਰ ਇਹ ਹਜ਼ਾਰ ਤੋਂ ਵੀ ਜ਼ਿਆਦਾ 3000 ਹੈ। ਔਰ UP ਚੋਂ 100-125 ਤੋਂ ਲੈ ਕੇ ਕਿਸੇ ਵੀ ਐਗਜ਼ਾਮ ਦੀ ਜਿਹੜੀ ਫੀਸ ਹੈ ਉਹ 300 ਤੋਂ ਜ਼ਿਆਦਾ ਨਹੀਂ ਹੈ। ਹਿਮਾਚਲ 500 ਹੈ ਜਾਂ ਕਿਤੇ 800 ਹੈ, ਈਵਨ ਕਈ ਜਗ੍ਹਾ 200-300 ਵੀ ਹੈ। ਲੇਕਿਨ ਪੰਜਾਬ ਨੇ ਹੱਦ ਕੀਤੀ ਹੋਈ ਹੈ। ਪੰਜਾਬ ਨੇ ਜਿਹੜਾ ਭੱਤਾ ਅਨਾਉਂਸ ਕੀਤਾ ਸੀ ਅਸੀਂ ਬੇਰੁਜ਼ਗਾਰਾਂ ਨੂੰ ਦੇਵਾਂਗੇ ਸਾਡੇ ਯੂਥ ਨੂੰ, ਉਹ ਦੇਣਾ ਤਾਂ ਕੀ ਸੀ, ਉਲਟਾਂ ਤੋਂ ਇਸ ਫੀਸ ਦੀ ਫਾਰਮ 'ਚ ਮੈਨੂੰ ਤਾਂ ਲੱਗਦਾ ਹੈ ਇਹ ਲਿਆ ਜਾ ਰਿਹਾ ਹੈਗਾ। ਬੜੇ ਬੱਚੇ ਆਉਂਦੇ ਨੇ ਜਿਨ੍ਹਾਂ ਨੇ ਫਾਰਮ ਭਰੇ ਪਰ ਫੀਸ ਨਹੀਂ ਪੇ ਕਰ ਪਾਏ, ਔਰ ਉਹ ਪੇਪਰ ਦੇਣ ਤੋਂ ਵਾਂਝੇ ਰਹਿ ਗਏ। ਇਹ ਬਹੁਤ ਵੱਡੀ ਸਾਨੂੰ ਇੱਕ ਪ੍ਰੋਬਲਮ ਆ ਰਹੀ ਹੈ ਕਿ ਲੋਕ ਤਿਆਰੀ ਕਰਨਾ ਚਾਹੁੰਦੇ ਆ, ਏਬਲ ਹੈਗੇ ਆ, ਪਰ ਸਾਡਾ ਜਿਹੜਾ ਯੂਥ ਹੈ ਉਹ ਇਸ ਚੀਜ਼ ਤੋਂ ਮਾਰ ਖਾ ਰਿਹਾ ਪੰਜਾਬ ਦਾ, ਫਿਰ ਉਹ ਨਸ਼ਿਆਂ ਵੱਲ ਤਾਂ ਜਾਏਗਾ ਹੀ। ਬਹੁਤ ਸਾਰੀਆਂ ਸਰਕਾਰੀ ਵਿਭਾਗ ਜੇ ਨੇ ਜਿੱਥੇ ਅਸਾਮੀਆਂ ਰੱਦ ਕਰ ਦਿੱਤੀਆਂ ਗਈਆਂ ਨੇ, ਹਜ਼ਾਰਾਂ ਅਸਾਮੀਆਂ ਰੱਦ ਕਰ ਦਿੱਤੀਆਂ ਨੇ। ਬਹੁਤ ਸਾਰੀਆਂ ਅਸਾਮੀਆਂ 10 ਡਿਪਾਰਟਮੈਂਟ ਨੂੰ ਮਰਜ ਕਰ ਦਿੱਤਾ, ਅਸਾਮੀਆਂ ਖਤਮ ਕਰ ਦਿੱਤੀਆਂ।
ਔਰ ਉਹ ਪੋਸਟਾਂ ਹੀ ਖਤਮ ਕਰ ਦਿੱਤੀਆਂ। ਵਿੱਚੋਂ ਮੇਰੇ ਕਈ ਜਾਣਕਾਰ ਨੇ ਜਿਨ੍ਹਾਂ ਦੀਆਂ ਪੋਸਟਾਂ ਖਤਮ ਹੋਈਆਂ ਨੇ, ਉਹਨਾਂ ਦੀ ਜੌਬ ਦਾ ਵੀ ਉਹਨਾਂ ਨੂੰ ਵਿਆਹ ਹੋਇਆ ਵੀ ਸਾਡਾ ਕੀ ਬਣੇਗਾ, ਸਾਡੀ ਦੁਵਿਧਾ 'ਚ ਨੇ। ਕਿਤੇ ਅਸੀਂ ਦੇਣ ਦੀ ਗਰੰਟੀ ਕਰਦੇ ਹਾਂ 1 ਲੱਖ ਨੌਕਰੀਆਂ, ਤੇ ਕਿਸੇ ਅਸੀਂ ਉੱਥੇ ਖਤਮ ਕਰ ਰਹੇ ਹਾਂ। ਔਰ ਇਹ ਤਾਂ ਡਾਇਰੈਕਟ ਖਤਮ ਕੀਤੀਆਂ, ਇਨਡਾਇਰੈਕਟ ਜਿਹੜੀ ਮਾਰ ਪੈ ਰਹੀ ਹੈ ਉਹ ਫੀਸ ਤੋਂ ਪੈ ਰਹੀ ਹੈ। ਮੈਂ ਸਿੱਖਿਆ ਸਤਿ ਉਥਾਨ ਨਿਆਸ ਦਾ ਕਨਵੀਨਰ ਹੈ ਸਟੇਟ, ਪੰਜਾਬ ਸਟੇਟ ਦਾ, ਜਿਹੜਾ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਕੰਮ ਕਰਦੇ ਹੈਗੇ। ਸਾਨੂੰ ਉੱਥੇ ਅਸੀਂ ਬੜੇ ਪ੍ਰਯਾਸ ਵੀ ਕਰ ਰਹੇ ਹਾਂ ਪਿਛਲੇ 10 ਸਾਲਾਂ ਤੋਂ। ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਮਿਲੇ ਸੀ ਲਾਸਟ ਈਅਰ, ਔਰ ਇਹ ਸਮੱਸਿਆ ਰੱਖੀ ਸੀ ਕਿ ਫੀਸ ਬਹੁਤ ਜ਼ਿਆਦਾ ਹੈ, ਕਿ ਉਹਨਾਂ ਨੇ ਵੀ ਭਰੋਸਾ ਦਿਵਾਇਆ ਸੀ, ਪਰ ਸਮਹਾਓ ਕੁਝ ਖਾਸ ਨਹੀਂ ਹੋ ਪਾਇਆ। ਗਵਰਨਰ ਸਾਹਿਬ ਜਾਣਦੇ ਸੀ ਕਿ 3000 ਫੀਸ ਹੈ ਇੱਕ ਉਹ ਹੈਰਾਨ ਹੋ ਗਏ ਦੇਖ ਕੇ ਕਿ ਇੰਨੀ ਜ਼ਿਆਦਾ ਫੀਸ ਸੀਗੀ। ਪਰ ਇਹ ਵੀ ਹੈਰਾਨਗੀ ਵਾਲੀ ਗੱਲ ਹੈ ਕਿ ਪੰਜਾਬ ਦੇ ਗਵਰਨਰ ਨੂੰ ਇਹੀ ਨਹੀਂ ਪਤਾ। ਬਿਲਕੁਲ ਹੈ ਕਿ ਉਹਨਾਂ ਨੂੰ ਇੰਨੀ ਅਵੇਅਰਨੈਸ ਹੋਣੀ ਚਾਹੀਦੀ ਸੀ ਕਿ ਸਾਡੀ ਫੀਸ ਕਿੰਨੀ ਹੈਗੀ, ਔਰ ਉਹ ਕਿੰਨੀ ਹੈਗੀ ਹੈ, ਕਿੰਨੀ ਰੱਖਣੀ ਚਾਹੀਦੀ ਹੈ, ਉਹਨਾਂ ਨੂੰ ਪਤਾ ਨਹੀਂ ਹੈ। ਔਰ ਮੈਂ ਕਹਿੰਦਾ ਸੀਐਮ ਸਾਹਿਬ ਨੂੰ ਮੈਂ ਪਰਸਨਲੀ ਕਈ ਵਾਰ ਮੇਲ ਕਰ ਚੁੱਕੇ ਹਾਂ, ਸਾਡੀ ਸੰਸਥਾ ਦੇ ਮੈਂਬਰਸ ਆਵਾਜ਼ ਚੱਕ ਚੁੱਕੇ ਹਾਂ। ਅਸੀਂ ਕਈ ਵਾਰ ਉਹਨਾਂ ਦੇ ਕੈਪਟਨ ਆਸ ਜਿਹੜਾ ਪ੍ਰੋਗਰਾਮ ਹੈਗਾ ਫੇਸਬੁੱਕ ਲਾਈਵ, ਉੱਤੇ ਵੀ ਮੁੱਦਾ ਰੱਖ ਚੁੱਕੇ ਹਾਂ, ਔਰ ਲੈਟਰ ਲਿਖ ਚੁੱਕੇ ਹਾਂ, ਅਖਬਾਰਾਂ 'ਚ ਆ ਚੁੱਕਿਆ ਹੈਗਾ। ਅਸੀਂ PPSC ਨੂੰ ਵੀ ਲਿਖ ਚੁੱਕੇ ਹਾਂ, RTI ਵੀ ਲਾ ਚੁੱਕੇ ਹਾਂ, ਪਰ ਹਾਲੇ ਤੱਕ ਉਹਦਾ ਕੋਈ ਠੋਸ ਕੋਈ ਕਦਮ ਨਜ਼ਰ ਨਹੀਂ ਆ ਰਿਹਾ ਉਹਨਾਂ ਨੇ ਚੱਕਦੇ ਹੋਏ। ਹਾਲੇ ਤੱਕ ਫੀਸ ਉੱਦਾਂ ਦੀ ਉੱਦਾਂ ਬਰਕਰਾਰ ਹੈ। ਜੇ ਇੱਦਾਂ ਹੀ ਰਿਹਾ ਤਾਂ ਬੱਚੇ ਸਾਡੇ ਜਾਂ ਤਾਂ ਫੋਰਨ ਜਾਣਗੇ, ਉਹਨਾਂ ਕੋਲ ਇੱਥੇ ਓਪਰਚੁਨਿਟੀ ਨਹੀਂ ਹੈ, ਜਾਂ ਫਿਰ ਉਹ ਨਸ਼ਿਆਂ ਵੱਲ ਜਾਣਗੇ। ਅਸੀਂ ਸਿਰਫ ਇਹ ਨਾ ਕਹੀਏ ਕਿ ਇੱਕ ਬੱਚਾ ਬੇਰੁਜ਼ਗਾਰ ਹੈ, ਉਹ ਬੇਰੁਜ਼ਗਾਰ ਹੋਣ ਦੇ ਨਾਲ ਡਿਪਰੈਸ਼ਨ ਦਾ ਮਰੀਜ਼ ਵੀ ਹੈ, ਉਹ ਨਸ਼ਿਆਂ ਦੇ ਵਿੱਚ ਵੀ ਪਏਗਾ, ਜਾਂ ਤਾਂ ਸੁਸਾਈਡ ਕਰੇਗਾ, ਜਾਂ ਤਾਂ ਉਸਦੀ ਮੌਤ ਹੋ ਜਾਣੀ ਹੈ, ਫਿਰ ਇੱਕ ਪਰਿਵਾਰ ਦਾ ਚਿਰਾਗ ਬੁਝ ਜਾਣਾ। ਉਹ ਨੈਗੇਟਿਵ ਹੋ ਜਾਏਗਾ, ਉਹਦੇ ਸਰਕਮਸਟੈਂਸਸ, ਉਹਦੇ ਕੌਨਸੀਕੁਐਂਸਿਸ ਕੋਈ ਵੀ ਹੋ ਸਕਦੇ ਆ ਜਿਹੜੇ ਤੁਸੀਂ ਦੱਸੇ। ਉਹ ਡਿਪਰੈਸ਼ਨ 'ਚ ਆਏਗਾ, ਉਹ ਨਸ਼ਿਆਂ 'ਚ ਜਾਏਗਾ, ਉਹ ਫੋਰਨ ਜਾਂਦਾ ਹੈ, ਉਹ ਵੀ ਸਾਡਾ ਹੀ ਨੁਕਸਾਨ ਹੈ। ਸਾਡੇ ਦੇਸ਼ ਦਾ ਯੂਥ ਬਾਹਰ ਜਾ ਕੇ ਉੱਥੇ ਕੰਟਰੀਬਿਊਟ ਕਰ ਰਿਹਾ, ਉਹ ਇੱਥੇ ਨਹੀਂ ਕੰਟਰੀਬਿਊਟ ਕਰ ਰਿਹਾ, ਤੇ ਇਹ ਪ੍ਰੋਬਲਮ ਤਾਂ ਸਾਨੂੰ ਦੇਖਣ ਨੂੰ ਮਿਲ ਹੀ ਰਹੀ ਹੈ, ਕੋਈ ਸ਼ੱਕ ਨਹੀਂ ਹੈ। ਸਰਕਾਰ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆ ਰਿਹਾ, ਸਰਕਾਰ ਇਹਦੇ ਬਾਰੇ ਕਿਉਂ ਨਹੀਂ ਧਿਆਨ ਦੇ ਰਹੀ ਕਿ 3000 ਫੀਸ ਕਿੱਥੇ ਲਿੱਤੀ ਜਾ ਰਹੀ ਹੈ, ਕੌਣ ਲੈਂਦਾ ਹੈਗਾ, ਇਹਦੇ ਬਾਰੇ ਕੋਈ ਵਿਚਾਰ ਨਹੀਂ। ਕਿਉਂ ਲਿੱਤੀ ਜਾ ਰਹੀ ਹੈ, ਕਿ ਇੱਕ ਪੇਪਰ ਕੰਡਕਟ ਕਰਨ ਦੀ ਇੰਨੀ ਫੀਸ, ਉਹਦੇ ਤੇ ਇੰਨਾ ਖਰਚਾ ਤਾਂ ਨਹੀਂ ਆਉਂਦਾ ਹੋਏਗਾ। ਮੈਨੂੰ ਨਹੀਂ ਲੱਗਦਾ। ਇਹ ਗੱਲ ਤਾਂ ਸਾਫ਼ ਹੋ ਚੁੱਕੀ ਹੈ ਕਿ ਜਿਹੜਾ ਇੱਕ ਟੈਲੈਂਟਡ ਬੱਚਾ ਹੈ ਵੀ, ਜਿਹੜਾ ਕਿ ਪੜ੍ਹਿਆ ਲਿਖਿਆ ਅੱਛੀ ਨੌਲੇਜ ਰੱਖਦਾ ਹੈ, ਪਰ ਜੇ ਉਹਦੀ ਜੇਬ ਦੇ ਵਿੱਚ ਹਜ਼ਾਰਾਂ ਰੁਪਏ ਨਹੀਂ ਹੈਗੇ, ਜੇ ਉਹਨੇ ਮਹੀਨੇ ਦੇ ਵਿੱਚ 3-4 ਐਗਜ਼ਾਮ ਭਰਨੇ ਨੇ, ਯਾਨੀ 15-20 ਹਜ਼ਾਰ ਰੁਪਏ ਉਹ ਜੇਬ 'ਚ ਲੈ ਕੇ ਚੱਲੇ, ਪਰ ਇਹਨਾਂ ਤਾਂ ਕੈਪੇਬਲ ਉਹ ਹੈ ਹੀ ਨਹੀਂ, ਉਹਦੇ ਘਰ ਤਾਂ ਆਟਾ ਦਾਲ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ। ਮੈਂ ਉਹਨਾਂ ਬੱਚਿਆਂ ਨੂੰ ਜਾਣਦਾ ਜਿਹੜੇ ਮੇਰੇ ਕੋਲ ਆਉਂਦੇ, ਕੁਝ ਲੋਕ ਤਾਂ ਅਫੋਰਡ ਕਰ ਲੈਂਦੇ ਆ, ਪਰ ਇੱਕ ਮੈਜੋਰਟੀ ਪੋਪੂਲੇਸ਼ਨ ਇੱਦਾਂ ਦੀ ਯੂਥ ਦੀ ਜਿਹੜੀ ਨਹੀਂ ਕਰ ਪਾ ਰਹੀ ਹੈਗੀ। ਔਰ ਉਹ ਆਪਣੇ ਫਾਰਮ, ਤੁਸੀਂ ਦੇਖਿਆ ਹੋਗਾ PPSC ਨੇ ਮੌਕਾ ਦਿੱਤਾ ਕਿ ਜਿਹਨੇ ਫਾਰਮ ਵਾਪਸ ਲੈਣ ਲੈ ਲਓ। ਬੜੇ ਬੱਚਿਆਂ ਨੇ ਫਾਰਮ ਵਾਪਸ ਲਿਆ ਕਿਉਂਕਿ ਉਹਨਾਂ ਨੂੰ ਫੀਸ ਦੇ ਪੈਸੇ ਜ਼ਿਆਦਾ ਲੱਗ ਰਹੇ ਸੀ, ਫੀਸ ਚਾਹੀਦੀ ਸੀ, ਕਿਉਂਕਿ ਉਹਨਾਂ ਨੇ ਕੋਈ ਹੋਰ ਐਗਜ਼ਾਮ ਭਰਨਾ ਹੋਏਗਾ। ਤੁਸੀਂ ਦੇਖੋ UPSC ਇੰਨੀ ਫੀਸ ਨਹੀਂ ਲੈ ਰਿਹਾ, ਉਹ ਸਿਰਫ 100 ਰੁਪਏ ਫੀਸ ਲੈ ਰਿਹਾ, ਉਹ ਵੀ ਜਨਰਲ ਕੈਟਾਗਰੀ ਦੇ ਕੁਝ ਵਿਦਿਆਰਥੀਆਂ ਤੋਂ। ਫੀਮੇਲ ਲਈ ਬਿਲਕੁਲ ਐਜੂਕੇਸ਼ਨ ਜਿਹੜੀ ਪੇਪਰ ਭਰਨ ਦੀ ਫੀਸ ਹੈ ਉਹ ਸਾਰੀ ਫ੍ਰੀ ਹੈਗੀ ਹੈ। ਬਾਕੀ ਸਟੇਟ ਦੀ ਮੈਂ ਤੁਹਾਨੂੰ ਰੈਫਰੈਂਸ ਦੇ ਦਿੱਤੀ ਹੈਗੀ ਹੈ, ਬਹੁਤ ਜ਼ਿਆਦਾ ਫੀਸ ਹੈ। ਇਹਦੇ ਉੱਪਰ ਕੋਈ ਲਾਜ਼ਮੀ ਕਦਮ ਚੱਕਣੇ ਬਹੁਤ ਜ਼ਰੂਰੀ ਹੈ। ਯੂਥ ਨੂੰ ਮੋਟੀਵੇਸ਼ਨ ਮਿਲੇਗੀ, ਉਹਨੂੰ ਕੋਈ ਪੋਜ਼ਿਟਿਵ ਵਾਈਬਸ ਮਿਲਣਗੀਆਂ, ਉਸ ਵੱਲ ਜਾਏਗਾ। ਇਹ ਮੇਰਾ ਮੰਨਣਾ ਹੈਗਾ। ਤੁਹਾਡੇ ਕੋਲ ਉਹ ਬੱਚੇ ਆਏ ਨੇ, ਕਿਸੇ ਬੱਚੇ ਨੇ ਅਪਰੋਚ ਕੀਤਾ ਹੈ ਜਿਹਦੇ ਕੋਲ ਪੈਸੇ ਨਹੀਂ ਹੈਗੇ ਪਰ ਉਹ ਪੜ੍ਹਨਾ ਚਾਹੁੰਦਾ ਹੈ, ਕੁਝ ਬਣਨਾ ਚਾਹੁੰਦਾ ਹੈ? ਬਿਲਕੁਲ, ਬਹੁਤ ਸਾਰੇ ਬੱਚੇ ਆ ਜੀ, ਬਹੁਤ ਸਾਰੇ। ਮੇਰੇ ਕੋਲ ਇਸ ਮਹੀਨੇ ਵਿੱਚ ਹੀ 4-5 ਬੱਚੇ ਮੇਰੇ ਕੋਲ ਇਹ ਕਹਿ ਕੇ ਫਾਰਮ ਨਹੀਂ ਭਰ ਰਹੇ, ਅਸੀਂ ਅਗਲੇ ਸਾਲ ਭਰਾਂਗੇ, ਹਲੇ ਮੇਰੇ ਕੋਲ ਫੀਸ ਨਹੀਂ ਹੈ, ਜਾਂ ਭਰ ਕੇ ਉਹਨਾਂ ਨੇ ਫਾਰਮ ਫੀਸ ਪੇ ਨਹੀਂ ਕੀਤੀ, ਉੱਦਾਂ ਦਾ ਉੱਧਰ ਰਹਿ ਗਿਆ, ਉਹ ਪੇਪਰ ਦੇਣ ਤੋਂ ਵਾਂਝੇ ਰਹਿ ਗਏ। ਮੇਰੇ ਕੋਲ 4-5 ਬੱਚੇ ਤਾਂ ਮੈਂ ਤੁਹਾਨੂੰ 10 ਦਿਨਾਂ 'ਚ ਹੀ ਮਿਲਾ ਸਕਦਾ, ਇੱਦਾਂ ਦੇ ਹੈਗੇ ਨੇ। ਔਰ ਤੁਸੀਂ ਆਪਣੇ ਆਸ-ਪਾਸ ਗੱਲ ਕਰੋ, ਤੁਹਾਨੂੰ ਖੁਦ ਹੀ ਮਿਲਣਗੇ, ਲੋਕੀ ਕਹਿਣਗੇ ਇਹਦੇ ਬਾਰੇ ਗੱਲ ਰੋਜ਼ ਹੋ ਰਹੀ ਹੈ। ਸਾਰੇ ਐਜੂਕੇਸ਼ਨਿਸਟ ਗੱਲ ਕਰ ਰਹੇ, ਕਾਲਜ ਦੇ ਟੀਚਰਸ ਦੇ ਮੁੱਦਾ ਬਣਿਆ ਹੋਇਆ ਹੈ, ਹਰ ਜਗ੍ਹਾ ਤੇ ਸਟੂਡੈਂਟਸ ਇੰਸਟੀਚਿਊਟ ਜਿੱਥੇ ਪੜ੍ਹਦੇ ਨੇ ਉੱਥੇ ਮੁੱਦਾ ਬਣਿਆ ਹੋਇਆ ਹੈ ਵੀ ਕਿਉਂ ਇੰਨੀ ਫੀਸ, ਕਿਸ ਗੱਲ ਦੀ ਫੀਸ ਹੈ, ਇਹ ਪਤਾ ਨਹੀਂ ਚੱਲ ਰਿਹਾ। ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਕੁਝ ਹੀ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗਾ, ਕਸਮ ਖਾਧੀ ਸੀ ਉਹਨਾਂ ਨੇ ਗੁਟਕਾ ਸਾਹਿਬ ਦੀ। ਚਲੋ ਨਸ਼ਾ ਖਤਮ ਤਾਂ ਨਹੀਂ ਹੋਇਆ, ਪਰ ਨਸ਼ਾ ਮਹਿੰਗਾ ਕਰ ਦਿੱਤਾ। ਐਜੂਕੇਸ਼ਨ ਸਸਤੀ ਕਰਨੀ ਸੀ, ਉਹ ਮਹਿੰਗੀ ਕਰ ਦਿੱਤੀ। ਜੀ ਬਿਲਕੁਲ। ਔਰ ਇੱਕ ਹੋਰ ਗੱਲ ਹੈ ਕਿ ਇਹ ਤੇ ਮੁੱਖ ਮੰਤਰੀ ਸਾਹਿਬ ਕੋਈ ਜਵਾਬ ਦੇਣ ਨੂੰ, ਮੇਰੇ ਕੋਲ ਜਿੰਨੇ ਵੀ ਮੇਲਸ ਕੀਤੀਆਂ ਜਾਂ ਉਹਨਾਂ ਨੂੰ ਅਪਰੋਚ ਕੀਤਾ ਗਿਆ, ਕੋਈ ਜਵਾਬ ਨਹੀਂ, ਉਹ ਉਹਦੇ ਸਾਇਲੈਂਟ ਨੇ, ਉਹ ਸਾਇਲੈਂਸ ਮੋਡ 'ਚ ਨੇ। ਉਹ ਦੱਸ ਨਹੀਂ ਰਹੇ ਵੀ ਇਹ ਫੀਸ ਕਿਸ ਗੱਲ ਦੀ ਹੈ, ਕਿਉਂ ਹੈ, ਅਸੀਂ ਇਹਨੂੰ ਘੱਟ ਕਰਦੇ ਹਾਂ। ਬਹੁਤ ਜ਼ਿਆਦਾ ਫੀਸ ਹੈ। ਮੈਂ ਤਾਂ ਇਹਦਾ ਵਿਰੋਧ ਹੀ ਕਰਾਂਗਾ, ਬੀਇੰਗ ਇਹ ਜਿਹੜੀ ਇੱਕ ਜਨਰੇਸ਼ਨ ਨੂੰ ਮੈਂ ਡੀਲ ਕਰ ਰਿਹਾ, ਉਹਨੂੰ ਟ੍ਰੇਨ ਕਰ ਰਿਹਾ, ਉੱਥੇ ਦਾ ਬਹੁਤ ਮਾੜਾ ਅਸਰ ਪੈ ਰਿਹਾ। ਮੈਨੂੰ ਇੰਨਾ ਪਤਾ ਲੱਗ ਰਿਹਾ। ਇਸ ਤੋਂ ਪਹਿਲਾਂ, ਕਿਉਂਕਿ ਕਾਫੀ ਜਨਰੇਸ਼ਨਸ ਨੂੰ ਤੁਸੀਂ ਟੀਚ ਕਰ ਚੁੱਕੇ ਹੋ, ਉਹਨਾਂ ਨਾਲ ਡੀਲ ਕਰ ਚੁੱਕੇ ਹੋ, ਇਸ ਤੋਂ ਪਹਿਲਾਂ ਕਿੰਨੀ ਫੀਸ ਹੁੰਦੀ ਸੀ? ਅੱਜ ਤੋਂ 5 ਸਾਲ ਪਹਿਲਾਂ ਇਹ ਫੀਸ 1500 ਰੁਪਏ ਸੀ। 6 ਸਾਲ ਪਹਿਲਾਂ, ਸਾਲ 1.5 ਸਾਲ ਬਾਅਦ ਹੀ ਸੱਤਾ ਪਰਿਵਰਤਨ ਹੋਇਆ ਤੇ ਇਹ ਸਰਕਾਰ ਆ ਗਈ, ਔਰ ਉਸ ਤੋਂ ਬਾਅਦ 2 ਵਾਰ ਐਗਜ਼ਾਮ ਲੈ ਚੁੱਕੇ ਹੈ। ਫਿਰ ਇਹਨਾਂ ਨੇ ਵੀ 3000 ਫੀਸ ਬਰਕਰਾਰ ਰੱਖੀ ਹੈ, ਇਹਨਾਂ ਨੇ ਉਹਨੂੰ ਵਾਪਸ ਨਹੀਂ ਕੀਤਾ ਹੈ। ਪਹਿਲਾਂ 1500 ਰੁਪਏ ਸੀ, ਉਦੋਂ ਪਹਿਲਾਂ ਸਿਰਫ 900 ਰੁਪਏ ਹੁੰਦੀ ਸੀ, ਹਾਲੇ ਵੀ 3000 ਬਹੁਤ ਜ਼ਿਆਦਾ ਫੀਸ ਹੈ। ਮੈਂ ਤੁਹਾਡੇ ਚੈਨਲ ਦੇ ਥਰੂ ਅਪੀਲ ਵੀ ਕਰਨਾ ਚਾਹੂੰਗਾ ਕਿ ਮੇਰੀ ਗੱਲ ਉਹਨਾਂ ਤੱਕ ਪਹੁੰਚ ਰਹੀ ਹੈ ਕਿ ਉਹ ਇਸ ਦੇਸ਼ ਦੇ ਨੌਜਵਾਨ ਬਾਰੇ, ਇਸ ਸਟੇਟ ਦੇ ਨੌਜਵਾਨ ਬਾਰੇ, ਪੰਜਾਬ ਬਾਰੇ ਸੋਚਣ, ਔਰ ਇਸ ਫੀਸ ਨੂੰ ਘੱਟ ਕਰਨ ਦਾ ਕੋਈ ਨਾ ਕੋਈ ਹੱਲ ਕੱਢਣ, ਔਰ ਕੋਈ ਇੱਕ ਰੈਸ਼ਨਲ ਇਹਦਾ ਫੀਸ ਲੈ ਕੇ ਆਉਣ ਜਿਹੜੀ ਕਿ ਹਰ ਕੋਈ ਬੰਦਾ ਅਫੋਰਡ ਕਰ ਸਕੇ, ਉਹਨਾਂ ਦੇ ਸੁਪਨੇ ਪੂਰੇ ਹੋ ਸਕਣ, ਉਹ ਇਹਨੂੰ ਅੱਗੇ ਲੈ ਕੇ ਜਾ ਸਕੇ। ਪਹਿਲੀ ਗੱਲ ਤਾਂ ਪੋਸਟਾਂ ਨਹੀਂ ਆ ਰਹੀਆਂ, ਕਿਉਂਕਿ ਵਾਅਦਾ 1 ਲੱਖ ਨੌਕਰੀਆਂ ਦਾ, ਵਾਅਦਾ 1 ਲੱਖ ਨੌਕਰੀਆਂ ਦੇ PCS ਵਗੈਰਾ ਦੇ ਵੈਸੇ ਹੀ ਪੋਸਟਾਂ 60-70 ਨੇ, 80 ਨੇ,
ਉਹਦੀਆਂ ਵੀ ਤੁਸੀਂ 3000 ਫੀਸ ਲੈ ਕੇ ਹਜ਼ਾਰਾਂ ਬੱਚਿਆਂ ਨੂੰ ਵਾਂਝੇ ਕਰ ਦਿੱਤਾ ਕਿ ਉਹ ਔਰ ਇਲਜ਼ਾਮ ਇੱਥੇ ਮੈਂ ਵੀ ਦੱਸਦਾ, ਇਲਜ਼ਾਮ ਇਹ ਵੀ ਲੱਗਦੇ ਨੇ ਕਿ ਜਿਹੜੇ ਆਪਣੇ ਖਾਸ ਹੁੰਦੇ ਨੇ, ਫੇਵਰੇਟਿਜ਼ਮ ਹੁੰਦਾ ਹੈ ਇਸ ਵਿੱਚ। ਉਹ ਵੀ ਹੋ ਸਕਦਾ, ਮੈਂ ਉਹਦੇ ਟਿੱਪਣੀ ਫਿਲਹਾਲ ਨਹੀਂ ਕਰ ਪਾਉਂਗਾ, ਪਰ ਇਹ ਵੀ ਇੱਕ ਚਰਚਾ ਦਾ ਵਿਸ਼ਾ ਹੈਗਾ ਵੀ ਇਹ ਆਪਣੇ ਖਾਸ ਲਾ ਰਹੇ ਆ, ਉਹ ਕੀ ਆ, ਉਹ ਇੱਕ ਅਲੱਗ ਵਿਸ਼ਾ ਹੈਗਾ ਤੇ ਉਹ ਵੀ ਹੋ ਸਕਦਾ ਜਾਂ ਨਹੀਂ ਵੀ ਹੋ ਸਕਦਾ, ਉਹ ਵੀ ਹੋ ਸਕਦਾ ਹੈ, ਉਹ ਦੇਖਿਆ ਜਾਏਗਾ। ਲੇਕਿਨ ਤੁਸੀਂ ਅਗਰ ਫੀਸ ਦਾ ਹੀ ਕਨਸੈਪਟ ਹਟਾ ਦਿਓ, ਕਿੰਨੇ ਹੀ ਲੋਕ ਅੰਦਰ ਆ ਜਾਣਗੇ। ਉਹਦੇ ਵਿੱਚ ਟਰਾਂਸਪੇਰੈਂਸੀ ਵੀ ਵੱਧਦੀ ਹੈ, ਮੈਨੂੰ ਲੱਗਦਾ ਉਹਨਾਂ ਟਰਾਂਸਪੇਰੈਂਸੀ ਵੱਧਦੀ ਹੈ, ਜ਼ਿਆਦਾ ਲੋਕ ਹੋਣਗੇ, ਜ਼ਿਆਦਾ ਅਵੇਅਰਨੈਸ ਹੋਏਗੀ, ਤਾਂ ਕੋਈ ਇਦਾਂ ਦਾ ਸਿਸਟਮ ਨਹੀਂ ਬਣ ਪਾਏਗਾ ਕਿ ਆਪਾਂ ਉਹਨਾਂ ਨੂੰ ਧੱਕੇ ਨਾਲ ਸੀਟ ਦੇ ਦਈਏ ਜਾਂ ਕਿੱਦਾਂ। ਆਪਣੇ ਲੋਕ ਆਪਣੀ ਕਾਬਲੀਅਤ ਮੈਰਿਟ ਤੇ ਫੀਸ ਲੈਣ ਜਿਹੜੀ ਸੀਟ ਆ ਉਹ ਅਕਵਾਇਰ ਕਰਨ ਦੇ ਕਾਬਿਲ ਬਣ ਜਾਣਗੇ। ਇਹ ਫਾਇਦਾ ਹੋਵੇਗਾ। ਪੰਜਾਬ ਦਾ ਭਵਿੱਖ ਕਿਸ ਤਰ੍ਹਾਂ ਦਾ ਦੇਖਦੇ ਹੋ ਤੁਸੀਂ? ਫਾਰਮਰ ਤਾਂ ਪਰੇਸ਼ਾਨ ਹੈ, ਬੱਚੇ ਤਾਂ ਪਰੇਸ਼ਾਨ ਨੇ, ਸਟੂਡੈਂਟਸ ਪਰਿਵਾਰ ਤਾਂ ਪਰੇਸ਼ਾਨ ਹੈ ਕਿ ਬੱਚੇ ਨੂੰ ਕੁਝ ਬਣਾਉਣਾ ਹੈ ਤਾਂ 3-3 ਹਜ਼ਾਰ ਰੁਪਏ ਕਿੱਥੋਂ ਦਈਏ? ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਭਵਿੱਖ ਹਾਲੇ ਬੜਾ ਹੀ ਡਾਰਕ ਨਜ਼ਰ ਆ ਰਿਹਾ ਹੈ ਔਰ ਫਾਰਮਰ ਨੂੰ ਲੱਗਦਾ ਕਿ ਮੇਰਾ ਸਭ ਕੁਝ ਖਤਮ ਹੋ ਰਿਹਾ ਹੈ, ਸਟੂਡੈਂਟਸ ਨੂੰ ਲੱਗ ਰਿਹਾ ਹੈ, ਜਿਹੜੇ ਕੈਂਡੀਡੇਟਸ ਨੂੰ ਲੱਗ ਰਿਹਾ ਕਿ ਸਾਡੇ ਕੋਲ ਕੁਝ ਨਹੀਂ ਹੈਗਾ, ਅਸੀਂ ਵਪਾਰ ਕਿੱਦਾਂ ਕਰੀਏ। ਵਪਾਰ ਕਰਨਾ ਉਹਦੇ ਵਿੱਚ ਪੈਸਾ ਚਾਹੀਦਾ ਹੈ, ਨੌਕਰੀ ਕਰਨੀ ਸਰਕਾਰ ਦੇ ਕੋਲ ਉਹਦੇ ਲਈ ਪੈਸਾ ਚਾਹੀਦਾ ਹੈ, ਉਹ ਕਿੱਦਾਂ ਹੋਊਗਾ? ਇਹ ਇੱਕ ਹਰ ਯੂਥ ਦੇ ਮਨ ਵਿੱਚ ਸਵਾਲ ਹੈ ਔਰ ਇਹ ਬਿਲਕੁਲ ਸਹੀ ਸਵਾਲ ਹੈ। ਪੰਜਾਬ ਦਾ ਭਵਿੱਖ ਆਪਾਂ ਨੂੰ ਅੱਛਾ ਨਜ਼ਰ ਅੱਗੇ ਨਹੀਂ ਆ ਰਿਹਾ ਹੈਗਾ। ਨਸ਼ਿਆਂ ਵੱਲ ਵੀ ਅਸੀਂ ਵੱਧ ਰਹੇ ਹਾਂ। ਸਾਡਾ ਜਿਹੜਾ ਪ੍ਰੋਡਕਟਿਵ ਯੂਥ ਹੈ ਉਹੀ ਜਦੋਂ ਸਰਕਾਰ ਦੇ ਕੋਲ ਨਹੀਂ ਜਾ ਰਿਹਾ, ਉਹ ਆਪਣੀ ਸਰਕਾਰ ਕੋਲ ਹੀ ਨਹੀਂ ਪਹੁੰਚ ਪਾ ਰਿਹਾ ਇੱਕ ਪੇਪਰ ਕਲੀਅਰ ਕਰਕੇ, ਤੇ ਉਸ ਦੇਸ਼ ਉਸ ਸਟੇਟ ਦਾ ਉਸ ਸੂਬੇ ਦਾ ਕੀ ਹੋਏਗਾ, ਉਹ ਕਿੰਨਾ ਵਿਕਸਿਤ ਹੋਏਗਾ? ਇਹ ਤਾਂ ਇੱਥੋਂ ਹੀ ਨਜ਼ਰ ਆ ਰਿਹਾ ਹੈਗਾ। ਤੇ ਇਹ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ, ਇੱਥੇ ਅੱਛੀ ਐਜੂਕੇਸ਼ਨ ਨਹੀਂ ਮਿਲ ਰਹੀ, ਅੱਛਾ ਲਾਈਫ ਸਟਾਈਲ ਨਹੀਂ ਮਿਲ ਰਿਹਾ, ਤੇ ਜੇ ਉਹ ਅਬਰੋਡ ਚਲੇ ਜਾਂਦੇ ਨੇ ਤਾਂ ਇਸ ਦੇ ਵਿੱਚ ਗਲਤੀ ਕਿਹਦੀ ਹੈ, ਸਾਡੀਆਂ ਸਰਕਾਰਾਂ ਦੀ ਕਿ ਨੌਜਵਾਨਾਂ ਦੀ? ਮੈਂ ਸਰਕਾਰਾਂ ਦੀ ਗਲਤੀ ਮੰਨਦਾ। ਨੌਜਵਾਨਾਂ ਦੀ ਗਲਤੀਆਂ ਤਾਂ ਬਾਅਦ ਦੀਆਂ ਹੋਣਗੀਆਂ ਨਾ, ਜਦੋਂ ਪਰਫਾਰਮ ਨਹੀਂ ਕਰਨਗੇ ਆਪਾਂ ਉਹਨਾਂ ਨੂੰ ਸੈੱਟ ਕਰਨ ਦਾ, ਉਹਨਾਂ ਨੂੰ ਸਕੇਚਣ ਦਾ ਮੈਕੈਨਿਜ਼ਮ ਅਲੱਗ ਹੈ, ਪਰ ਇੱਥੇ ਤਾਂ ਐਂਟਰੀ ਨਹੀਂ ਮਿਲ ਪਾ ਰਹੀ। ਹੁਣ ਜੇ ਐਂਟਰੀ ਨਹੀਂ ਮਿਲੇਗੀ ਫੀਸ ਦੇ ਕਾਰਨ ਜਾਂ ਹੋਰ ਕਿਸੇ ਕਾਰਨ, ਫਿਰ ਆਪਾਂ ਬੱਚੇ ਦਾ ਕੀ ਕਸੂਰ ਕੱਢਾਂਗੇ? ਆਪਾਂ ਸਰਕਾਰਾਂ ਦਾ ਕਸੂਰ ਕੱਢਾਂਗੇ ਇੱਥੇ। ਪੰਕਜ ਜੀ, ਉੱਤਰਾਖੰਡ ਦੇ ਵਿੱਚ ਕੱਲ ਗਲੇਸ਼ੀਅਰ ਟੁੱਟਣ ਦੇ ਨਾਲ ਬਹੁਤ ਮੌਤਾਂ ਹੋਈਆਂ ਨੇ, ਉੱਥੇ ਦੇ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ। 4 ਨੌਜਵਾਨ ਸਮਰਾਲੇ ਦੇ ਨੇ, ਸਮਰਾਲੇ ਦੇ ਇੱਕ ਪਿੰਡ ਦੇ ਨੇ, ਜਿਹੜੇ ਕਿ ਲਾਪਤਾ ਦੱਸੇ ਜਾ ਰਹੇ ਨੇ, ਤੇ ਦੱਸਿਆ ਜਾ ਰਿਹਾ ਕਿ ਇਹਨਾਂ 4 ਨੂੰ ਇੱਥੇ ਨੌਕਰੀ ਨਹੀਂ ਮਿਲ ਰਹੀ ਸੀ, ਰੋਟੀ ਪਾਣੀ ਜੋਗਾ ਖਰਚਾ ਵੀ ਨਹੀਂ ਸੀ ਉਹਨਾਂ ਕੋਲ, ਇਸ ਕਰਕੇ ਉੱਤਰਾਖੰਡ ਚਲੇ ਜਾਂਦੇ ਨੇ, ਉੱਥੇ ਰੋਜ਼ੀ ਰੋਟੀ ਕਮਾਉਣ ਦੇ ਲਈ ਰਹਿ ਰਹੇ ਸੀ, ਤੇ ਉਹ ਇੰਨੇ ਵੱਡੇ ਹਾਦਸੇ ਦਾ ਸ਼ਿਕਾਰ ਹੋਏ। ਹਾਲੇ ਤੱਕ ਥੋ ਪਤਾ ਨਹੀਂ ਲੱਗ ਰਿਹਾ ਉਹਨਾਂ ਦਾ, ਤੇ ਜੇ ਇਹੀ ਪੰਜਾਬ ਦੇ ਵਿੱਚ ਉਹਨਾਂ ਨੂੰ ਨੌਕਰੀ ਮਿਲੀ ਹੁੰਦੀ ਤਾਂ ਸ਼ਾਇਦ ਅੱਜ ਇੰਨੀ ਵੱਡੀ ਮੁਸੀਬਤ ਪਰਿਵਾਰਾਂ ਤੇ ਨਹੀਂ ਸੀ ਹੋਣੀ। ਜਦੋਂ ਮੈਂ ਇਹ ਮੰਨਦਾ, ਜਦੋਂ ਇਦਾਂ ਦੇ ਕੁਝ ਸਬਬ ਬਣਦੇ ਨੇ ਵੀ ਫੀਸ ਜ਼ਿਆਦਾ ਹੈਗੀ ਹੈ, ਕਿਸੇ ਕਾਰਨ ਹੋਰ ਵੀ ਕਾਰਨ ਹੋ ਸਕਦੇ ਕਿ ਨੌਕਰੀ ਨਹੀਂ ਲੈ ਪਾ ਰਹੇ, ਤਾਂ ਡੈਫੀਨਿਟਲੀ ਯੂਥ ਜਿਹੜਾ ਉਹ ਭਟਕ ਜਾਂਦਾ ਹੈ। ਉਹਨੂੰ ਉਸ ਟਾਈਮ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ। ਪਰ ਮੈਂ ਮੰਨਦਾ ਕਿ ਜੇ ਉਹਨਾਂ ਨੂੰ ਇੱਥੇ ਮਿਲੀ ਹੁੰਦੀ ਤਾਂ ਡੈਫੀਨਿਟਲੀ ਤੁਹਾਡੀ ਗੱਲ ਸਹੀ ਹੈ, ਇੱਥੇ ਹੀ ਹੁੰਦੇ ਔਰ ਆਪਣੇ ਪਰਿਵਾਰ ਨਾਲ ਰਹਿ ਲਏ ਹੁੰਦੇ। ਇਦਾਂ ਦੇ ਹੋਰ ਵੀ ਬੜੇ ਲੋਕ ਹੋਣਗੇ ਜਿਹੜੇ ਸਾਡੀ ਨਜ਼ਰ 'ਚ ਨਹੀਂ ਹੈ, ਸ਼ਾਇਦ ਅਸੀਂ ਆਹ 4 ਸਾਡੀ ਨਜ਼ਰ 'ਚ ਆ ਗਏ। ਇਹ ਤਾਜ਼ਾ ਮਾਮਲਾ ਹੈ ਤਾਂ ਕਰਕੇ ਇਸ ਦਾ ਜ਼ਿਕਰ ਹੋ ਨਜ਼ਰ 'ਚ ਆ ਗਏ। ਬਟ ਜੇ ਸਰਕਾਰ ਇਦਾਂ ਦੇ ਪ੍ਰਬੰਧ ਕਰ ਦੇਵੇ ਕਿ ਉਹ ਇੱਥੇ ਰਹਿ ਕੇ ਇੱਥੇ ਹੀ ਨੌਕਰੀ ਲਈ ਰਹੇ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ, ਹਰ ਬੰਦੇ ਦਾ ਡ੍ਰੀਮ ਹੁੰਦਾ ਕਿ ਮੈਂ ਸਰਕਾਰੀ ਇੱਕ ਅਫਸਰ ਬਣਾ। ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਹੈ ਉਹ ਤੁਹਾਨੂੰ ਆਪਣਾ ਅਗਰ ਸੁਪਨਾ ਨਜ਼ਰ ਆਉਂਦਾ ਹੋਊਗਾ ਪੂਰਾ ਹੁੰਦਾ, ਉਹ ਬਾਹਰ ਕਿਉਂ ਜਾਊਗਾ? ਉਹ ਆਪਣੇ ਪਰਿਵਾਰ ਵਿੱਚ ਰਹੂਗਾ। ਉਹਨੇ ਪਾਵਰ ਲੈਣੀ ਹੈ, ਉਹਨੇ ਨੌਕਰੀ ਲੈਣੀ ਹੈ, ਉਹਨੇ ਕੁਝ ਵੀ ਕਰਨਾ ਆਪਣੀ ਸਟੇਟ 'ਚੋਂ ਕਰਨਾ ਚਾਹੁੰਦਾ, ਉਹਨੂੰ ਬਾਹਰ ਜਾ ਕੇ ਸਟਰਗਲ ਹੀ ਕਰਨੀ ਪੈਣੀ ਹੈ ਔਰ ਇਸ ਤੋਂ ਜ਼ਿਆਦਾ ਕਰਨੀ ਪਏਗੀ। ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਤਾਂ ਹੈ ਹੀ ਕਿ ਆਪਣੇ ਸੂਬੇ ਦੇ ਲੋਕਾਂ ਲਈ ਇੱਦਾਂ ਦੇ ਮਾਹੌਲ ਪੈਦਾ ਕਰੇ, ਉਹ ਮੋਟੀਵੇਟ ਹੋਣ, ਉਹ ਅੱਗੇ ਵਧਣ। ਜ਼ਰੂਰੀ ਹੈ ਇਹ। ਸਰਕਾਰੀ ਨੌਕਰੀ ਹਾਸਲ ਕਰਨਾ ਤਾਂ ਔਖਾ ਹੋਇਆ ਹੀ ਪਿਆ, ਪਰ ਸਰਕਾਰੀ ਨੌਕਰੀ ਹਾਸਲ ਕਰਕੇ ਜਦੋਂ ਸੀਟ ਤੇ ਬੈਠ ਜਾਂਦੇ ਨੇ ਜਿਹੜੇ ਸਰਕਾਰੀ ਨੌਕਰ ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਨ੍ਹਾਂ ਦਾ ਕੰਮ ਸਰਵ ਕਰਨਾ ਹੁੰਦਾ ਹੈ, ਪਰ ਰਿਸ਼ਵਤਖੋਰੀ ਵੀ ਇੱਕ ਬੜਾ ਵੱਡਾ ਮਾਮਲਾ ਬਣ ਰਿਹਾ। ਰਿਸ਼ਵਤਖੋਰੀ ਇੱਕ ਅਜਿਹਾ ਕਾਲਾ ਧੱਬਾ ਲੱਗਿਆ ਹੋਇਆ ਜਿਸ ਨੂੰ ਅਸੀਂ ਮਿਟਾ ਨਹੀਂ ਪਾ ਰਹੇ ਚਾਹ ਕੇ ਵੀ। ਤੁਸੀਂ ਇਸੇ ਨੂੰ ਦੇਖ ਲਓ ਕਿ ਜਿਹੜਾ ਬੱਚਾ ਹਜ਼ਾਰਾਂ ਰੁਪਏ ਲਗਾ ਕੇ ਸੀਟ ਤੇ ਬੈਠੇਗਾ ਪੇਪਰ ਲੈ ਕੇ, ਤਾਂ ਉਹ ਰਿਸ਼ਵਤ ਕਿਉਂ ਨਹੀਂ ਲਏਗਾ? ਕਿਉਂਕਿ ਉਹ ਪੈਸੇ ਦੀ ਐਂਟਰੀ, ਉਹਦੀ ਐਂਟਰੀ ਹੀ ਪੈਸੇ ਨਾਲ ਹੋ ਰਹੀ ਹੈ, ਤਾਂ ਉਹ ਖਤਮ ਵੀ ਪੈਸੇ ਨਾਲ ਹੀ ਹੋਏਗੀ ਨਾ। ਤੇ ਮੈਨੂੰ ਲੱਗਦਾ ਕਿ ਇੰਨੀ ਮਹਿੰਗੀ ਅਗਰ ਪੇਪਰ ਦੇਣ ਦੀ ਫੀਸ ਹੋਏਗੀ ਜਾਂ ਹੋਰ ਵੀ ਸਬਬ ਮਹਿੰਗੇ ਹੋਣਗੇ, ਤਾਂ ਅਲਟੀਮੇਟਲੀ ਉਹਨੇ ਰਿਸ਼ਵਤ ਤਾਂ ਫਿਰ ਲੈਣੀ ਹੈ। ਅਸੀਂ ਅਗਰ ਇਦਾਂ ਕਰ ਰਹੇ ਹਾਂ ਤਾਂ ਅਸੀਂ ਰਿਸ਼ਵਤ ਨੂੰ ਵਧਾਉਣ ਦਾ ਉਹਨਾਂ ਨੂੰ ਇੱਕ ਤਰੀਕਾ ਦੱਸ ਰਹੇ ਹਾਂ, ਘਟਾਉਣ ਦਾ ਤਰੀਕਾ ਤਾਂ ਨਹੀਂ ਦੱਸ ਰਹੇ। ਇਹ ਗੱਲ ਸਹੀ ਹੈ ਕਿ ਜਿਹੜਾ ਬੈਠੇਗਾ ਉਹਦੀ ਪਹਿਲੀ ਸੋਚ ਬਣ ਜਾਂਦੀ ਹੈ ਕਿ ਮੈਂ ਆਪਣੇ ਪਹਿਲਾਂ ਪੈਸੇ ਪੂਰੇ ਕਰ ਲਾਂ, ਕਿਉਂਕਿ ਮਾਈਂਡ ਅਸੀਂ ਉਹ ਮਨੀ ਮਾਈਂਡਡ ਹੋ ਗਏ ਨਾ। ਅਸੀਂ ਪੈਸੇ ਪੂਰੇ ਕਰ ਲਵਾਂ ਜਾਂ ਸਾਡਾ ਮਾਈਂਡ ਉਸ ਤਰਫ ਚਲਾ ਗਿਆ ਕਿ ਪੈਸੇ ਨਾਲ ਹੀ ਸਾਰਾ ਕੰਮ ਹੁੰਦਾ। ਅਸੀਂ ਉਹਨੂੰ ਐਂਟਰੀ ਪੈਸੇ ਦੇ ਤੇ ਦੇ ਰਹੇ, ਫਾਰਮ ਵੀ ਇੱਕ ਪੈਸੇ ਦੇ ਲੈ ਕੇ ਭਰਾ ਰਹੇ ਹੈਗੇ ਆ, ਤਾਂ ਉਹਦਾ ਮਾਈਂਡ ਤਾਂ ਇਹੀ ਬਣੇਗਾ ਕਿ ਪੈਸੇ ਨਾਲ ਹੀ ਸਭ ਕੁਝ ਹੁੰਦਾ। ਫਿਰ ਉਹ ਰਿਸ਼ਵਤਖੋਰੀ ਦਾ ਵਧਾਏਗਾ ਹੀ, ਨੈਚੁਰਲੀ ਵਧਾਏਗਾ। ਘਰ ਘਰ ਨੌਕਰੀ ਦੇਣ ਦੇ ਵਾਅਦੇ ਨਾਲੋਂ ਚੰਗਾ ਜੇ ਕੈਪਟਨ ਸਾਹਿਬ ਇਹਨਾਂ ਫਾਰਮਸ ਦੀ ਕੀਮਤ ਘਟਾ ਦੇਣ ਜਾਂ ਫ੍ਰੀ ਕਰ ਦੇਣ। ਮੈਨੂੰ ਨਹੀਂ ਲੱਗਦਾ ਫ੍ਰੀ ਤਾਂ ਚਲੋ ਹੋਣਗੇ, ਬਹੁਤ ਦੂਰ ਹੈ ਹਲੇ ਦਿੱਲੀ। ਫ੍ਰੀ ਚਲੋ ਨਾ ਕਰਨ ਕਿਉਂਕਿ ਸਰਕਾਰ ਦਾ ਸ਼ਾਇਦ ਕੁਝ ਖਰਚਾ ਤੁਹਾਨੂੰ ਕੰਡਕਟ ਕਰਨਾ ਆਉਂਦਾ, ਪਰ ਉਹਨੂੰ ਰੈਸ਼ਨਲ ਤਾਂ ਕਰਨਾ ਵੀ ਜਿਹੜਾ ਖਰਚਾ 500 700 400 ਆਉਂਦਾ ਉਹ ਨੋਮੀਨਲ ਲੈਣ ਉਹਨੂੰ ਜਿਹੜੇ ਬੰਦੇ ਹੈਗੇ ਆ। ਪਰ ਇੰਨੇ ਜ਼ਿਆਦਾ ਲੈ ਕੇ ਉਹਨਾਂ ਦੇ ਮਾਰ ਦੇਣੀ। ਇੱਕ ਬੰਦਾ ਬੇਰੋਜ਼ਗਾਰ ਹੈ, 5 ਪੇਪਰ ਸਾਲ ਦੇ ਭਰਦਾ ਹੈ ਤੇ 15000 ਰੁਪਏ ਦਾ ਇੱਥੇ ਲੱਗ ਗਿਆ, ਉਹ ਕਿੱਥੋਂ ਲੈ ਕੇ ਆਏਗਾ? ਉਹ ਤਾਂ ਸਰਕਾਰ ਨੂੰ ਐਮਪਲੋਇਮੈਂਟ ਅਲਾਉਂਸ ਦੇ ਰਿਹਾ, ਸਰਕਾਰ ਉਹਨੂੰ ਨਹੀਂ ਦੇ ਰਹੀ ਹੈਗੀ। ਇਹਦਾ ਮਤਲਬ ਤਾਂ ਇਹ ਬੰਦਾ ਹੈਗਾ ਜੇ ਟੈਕਨੀਕਲੀ ਦੇਖੀਏ।
ਬਹੁਤ ਸਾਰੇ ਨੌਜਵਾਨ ਮੈਨੂੰ ਲੱਗਦਾ ਅੱਜ ਦਿਹਾੜੀ ਜੋਤਾ ਕਰਕੇ ਆਪਣੇ ਘਰ 100 ਰੁਪਏ 150 ਰੁਪਏ ਲੈ ਕੇ ਜਾ ਰਹੇ ਨੇ, ਜਿਹੜੇ ਸ਼ਾਇਦ ਇੰਨਾ ਕੁ ਟੈਲੈਂਟ ਰੱਖਦੇ ਨੇ ਕਿ ਇੱਕ ਪੀਸੀਐਸ ਆਫੀਸਰ ਬਣ ਸਕਦੇ ਨੇ। ਬਿਲਕੁਲ ਬੜੇ ਲੋਕ ਨੇ ਜਿਹੜੇ ਛੋਟੇ ਛੋਟੇ ਕੰਮ ਕਰਦੇ ਨੇ, ਸਾਡੇ ਕੋਲ ਤਾਂ ਆਉਂਦੇ ਨੇ, ਸਾਨੂੰ ਪਤਾ ਲੱਗਦਾ ਹੈ, ਪਰ ਜਦੋਂ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਜਾਂ ਕਈ ਲੋਕ ਬੱਚੇ ਇਦਾਂ ਦੇ ਵੀ ਜਿਹੜੇ ਸੈਲਫ ਸਟੱਡੀ ਕਰਕੇ ਅੱਗੇ ਵਧ ਸਕਦੇ ਨੇ। ਮੈਂ ਇੱਕ ਲੜਕਾ ਮੇਰੇ ਕੋਲ ਪਿਛਲੇ ਹਫਤੇ ਹੀ ਆ ਕੇ ਗਿਆ, ਉਹ ਜ਼ੋਮੈਟੋ 'ਚ ਕੁਝ ਜੌਬ ਕਰਦਾ, ਹਾਂ ਡਿਲੀਵਰੀ ਕਰਦਾ ਹੈਗਾ, ਪਰ ਉਹਦੇ ਕੋਲ ਫੀਸ ਪੇ ਕਰਨ ਲਈ ਪੈਸੇ ਨਹੀਂ। ਮੈਨੂੰ ਪੁੱਛਿਆ ਫਾਰਮ ਭਰਿਆ, ਉਹ ਕਹਿੰਦਾ ਨਹੀਂ ਮੇਰਾ ਫਾਰਮ ਰਹਿ ਗਿਆ ਜੀ, ਮੈਂ ਫੀਸ ਨਹੀਂ ਪੇ ਕਰ ਪਾਇਆ। ਤਾਂ ਇੱਥੋਂ ਪਤਾ ਲੱਗਦਾ ਕਿ ਕਿੰਨੇ ਲੋਕ ਜਿਹੜੇ ਕਾਬਿਲ ਤਾਂ ਹੈਗੇ ਨੇ, ਔਰ ਮੈਂ ਉਹਨੂੰ ਪਰਸਨਲੀ ਜਾਣਦਾ, ਬੱਚਾ ਕਾਬਿਲ ਹੈ, ਕਰ ਤੁਹਾਡੀ ਸਕਦਾ ਹੈ। ਸੰਸਥਾ ਵੀ ਹੈਗੀ ਹੈ, ਤੁਸੀਂ ਕਦੀ ਹੈਲਪ ਕਰਨ ਦਾ ਸੋਚਿਆ ਜਾਂ ਤੁਸੀਂ ਹੈਲਪ ਕਰ ਦਿਓ ਜੇ ਤੁਹਾਡੀ ਨਜ਼ਰ ਦੇ ਵਿੱਚ ਇੱਦਾਂ ਬੱਚੇ ਆਉਂਦੇ ਨੇ? ਸਾਡੀ ਸੰਸਥਾ ਇਹਦੇ ਲਈ ਬੜੀ ਸੀਰੀਅਸ ਹੈਗੀ ਹੈ, ਉਹ ਸੋਚਦੀ ਹੈ, ਔਰ ਕਈ ਬੱਚਿਆਂ ਦੇ ਅਸੀਂ ਇਹ ਇੰਤਜ਼ਾਮ ਕੀਤੇ ਹੈਗੇ ਆ। ਅਸੀਂ ਫ੍ਰੀ ਕੋਚਿੰਗ ਲਈ ਵੀ ਉਹਨਾਂ ਦਾ ਪ੍ਰਬੰਧ ਕਰਨ ਲਈ ਤਿਆਰ ਹਾਂ, ਔਰ ਉਹਦੇ ਲਈ ਪ੍ਰਯਾਸ ਚੱਲ ਰਹੇ ਔਰ ਪਹਿਲਾਂ ਵੀ ਕਰ ਰਹੇ ਹਾਂ। ਔਰ ਇਹਦੇ ਲਈ ਅਸੀਂ ਆਮ ਤੌਰ 'ਤੇ ਪ੍ਰਯਾਸ ਕਰਦੇ ਰਹਿੰਦੇ ਹਾਂ ਵੀ ਜਿਹੜੇ ਲੋਕ ਆਉਣਾ ਚਾਹੁੰਦੇ ਆ, ਜਿਹੜੇ ਕਾਬਿਲ ਹੈ, ਉਹਦਾ ਕੋਈ ਟੈਸਟ ਅਸੀਂ ਲੈਂਦੇ ਰਹਿੰਦੇ ਹਾਂ ਮੈਰਿਟ ਬੇਸ 'ਤੇ। ਜਿਹੜੇ ਬੱਚੇ ਕਾਬਿਲ ਹੈ ਪਰ ਫੀਸ ਨਹੀਂ ਪੇ ਕਰ ਪਾ ਰਹੇ, ਤਾਂ ਆਪਾਂ ਉਹਨੂੰ ਐਕਚੁਅਲੀ ਸੰਸਥਾ ਸਾਡੀ ਹੈਲਪ ਕਰਦੀ ਹੈ ਔਰ ਅੱਗੇ ਵੀ ਕਰਦੀ ਰਹੇਗੀ। ਅੱਜ ਕੱਲ੍ਹ ਬਹੁਤ ਸਾਰੇ ਬੱਚਿਆਂ ਦਾ ਮਨੋਬਲ ਤੋੜ ਦਿੱਤਾ ਜਾਂਦਾ ਹੈ ਕਹਿ ਕੇ ਕਿ ਤੂੰ ਪੜ੍ਹ ਕੇ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਅਸੀਂ ਰਿਸ਼ਵਤ ਦੇ ਕੇ ਪਹੁੰਚ ਜਾਣਾ। ਹਾਂ, ਇਹ ਮਨੋਬਲ ਤੋੜਨ ਵਾਲੀ ਗੱਲ ਹੈ। ਬਿਲਕੁਲ ਆਮ ਤੌਰ 'ਤੇ ਤੁਹਾਨੂੰ ਇਹ ਗੱਲ ਮਿਲੇਗੀ ਸਮਾਜ ਵਿੱਚ, ਕਹਿੰਦੇ ਵੀ ਇੰਨਾ ਪੜ੍ਹਿਆ ਲਿਖਿਆ ਜੀ, ਤੂੰ ਕੀਤਾ ਕੀ ਹੈ? ਕਿਉਂਕਿ ਉਹ ਰਿਸ਼ਵਤ ਨਹੀਂ ਦੇ ਪਾਇਆ ਜਾਂ ਉਹ ਕੁਝ ਰਿਸ਼ਵਤ ਨਾ ਹੋਵੇ, ਕੋਈ ਇਸ ਤਰ੍ਹਾਂ ਦੇ ਬੈਰੀਅਰਸ ਹੁੰਦੇ ਨੇ ਜਿਹੜੇ ਸਰਕਾਰ ਬੜੀ ਈਜ਼ੀਲੀ ਹਟਾ ਸਕਦੀ ਹੈ, ਪਰ ਉਹ ਲੱਗੇ ਹੋਏ ਨੇ, ਉਹਦੇ ਕਰਕੇ ਉਹ ਰਹਿ ਜਾਂਦਾ ਹੈ। ਤਾਂ ਫਿਰ ਉਹਨੂੰ ਮੁਸ਼ਕਲ ਤਾਂ ਆਉਂਦੀ ਹੈ, ਔਰ ਇਹ ਉਹਦੇ ਮਾਈਂਡ ਸੈੱਟ 'ਚ ਆ ਜਾਂਦਾ ਹੈ ਵੀ ਹਰ ਚੀਜ਼ ਪੈਸੇ ਨਾਲ ਹੀ ਹੁੰਦੀ ਹੈ, ਪੈਸੇ ਬਿਨਾਂ ਹੁੰਦੀ ਹੀ ਨਹੀਂ ਹੈ। ਔਰ ਇੱਕ ਬੰਦਾ ਥੋੜ੍ਹੇ ਜਿਹੇ ਪੈਸੇ ਦੇ ਬਲ 'ਤੇ ਉੱਪਰ ਚਲਾ ਗਿਆ ਔਰ ਇੱਕ ਪਿੱਛੇ ਰਹਿ ਗਿਆ। ਇਸ ਸਮਾਜ ਵਿੱਚ ਇੱਕ ਅਮੀਰੀ ਗਰੀਬੀ ਦਾ ਜਿਹੜਾ ਉਹ ਕਨਸੈਪਟ ਉਹਨੂੰ ਵਾਈਡ ਕਰ ਰਿਹਾ, ਉਹਨੂੰ ਇਕੁਅਲ ਨਹੀਂ ਕਰ ਰਿਹਾ, ਉਹਨੂੰ ਲੈਵਲ ਨਹੀਂ ਕਰ ਰਿਹਾ ਹੈ। ਹੋਰ ਕਿੰਨੀ ਕੁ ਨੌਕਰੀਆਂ ਨਿਕਲੀਆਂ ਨੇ, ਕੀ ਕੀਮਤ ਹੈ ਉਹਨਾਂ ਨੌਕਰੀਆਂ ਦੇ ਫਾਰਮਸ ਦੀ? ਦੇਖੋ, ਪੀਪੀਐਸਸੀ ਦੀ ਕੋਈ ਵੀ ਨੌਕਰੀ ਆਉਂਦੀ ਹੈ, ਜਿਵੇਂ ਹੁਣ ਵੀ 2-3 ਆਈਆਂ ਨੇ, ਉਹਨਾਂ ਦੀ 3000 ਹੀ ਹੁੰਦੀ ਹੈ। ਪਰ ਜਿਹੜੀਆਂ ਸਟੇਟ ਗਵਰਨਮੈਂਟ ਦੇ ਹੋਰ ਡਿਪਾਰਟਮੈਂਟ ਨੇ, ਜਿਵੇਂ ਪਟਵਾਰੀ ਦੀ ਹੋਣੀਆਂ ਆਈਆਂ, ਉਹਦੀ 1000 ਰੁਪਏ ਹੈ। ਜੋ ਵੀ ਗਰੁੱਪ ਸੀ ਆਫੀਸਰ, ਉਹਦੀ ਵੀ 1000 ਰੁਪਏ ਨਹੀਂ ਹੋਣੀ ਚਾਹੀਦੀ, ਔਰ ਉਹਦੀ ਵੀ 3000 ਨਹੀਂ ਹੋਣੀ ਚਾਹੀਦੀ। ਮੇਰੇ ਅਕੋਰਡਿੰਗ 400-500 ਤੋਂ ਜ਼ਿਆਦਾ ਫੀਸ ਇਹ ਹੋਣੀ ਨਹੀਂ ਚਾਹੀਦੀ। ਔਰ ਹਾਲੇ ਤੱਕ ਇਹ 3-4 ਜੌਬਸ ਆਈਆਂ ਨੇ, ਤਿੰਨਾਂ 'ਚ ਫੀਸ ਦਾ ਜੋ ਲੈਵਲ ਇਹੀ ਹੈ। ਜਿਹੜਾ ਅੱਗੇ ਗਵਰਨਮੈਂਟ ਅਨਾਉਂਸ ਕਰ ਰਹੀ ਵੀ ਜੂਨ ਤੱਕ 50000 ਨੌਕਰੀਆਂ ਦੇਵਾਂਗੇ, ਉਹਦੇ ਵਿੱਚ ਵੀ ਇਹੀ ਰਹੇਗਾ। ਮੈਂ ਚਾਹੁੰਦਾ ਕਿ ਉਹ ਕੱਢਣ ਤੋਂ ਪਹਿਲਾਂ ਗਵਰਨਮੈਂਟ ਜਿਹੜੀ ਹੈ ਉਹ ਇਹਨੂੰ ਰੈਸ਼ਨਲਾਈਜ਼ ਕਰੇ, ਤਾਂ ਕਿ ਜ਼ਿਆਦਾਤਰ ਲੋਕ ਇਸ ਜਿਹੜੀ ਡਰਾਈਵ ਗਵਰਨਮੈਂਟ ਚਲਾਉਣ ਵਾਲੀ ਹੈ, ਅਸੀਂ 1 ਲੱਖ ਨੌਕਰੀਆਂ ਕੱਢਾਂਗੇ, 50000 ਕੱਢਾਂਗੇ, ਉਹ 'ਚ ਪਾਰਟਿਸਿਪੇਟ ਤਾਂ ਕਰਨ। ਉਹਦੇ ਵਿੱਚ ਮੋਸਟਲੀ ਨੌਕਰੀਆਂ ਤਾਂ ਪ੍ਰਾਈਵੇਟ ਨੇ। ਬਹੁਤ ਸਾਰੇ ਬੱਚਿਆਂ ਨੂੰ 버ਗਰ ਪੀਜ਼ੇ ਵਾਲੇ ਜਾਂ ਸੈਲੋਂ ਵਾਲੇ ਆ ਕੇ ਉਹਨਾਂ ਦੀਆਂ ਬੋਲੀਆਂ ਲਗਾਉਂਦੇ ਨੇ 5-5 7-7 ਹਜ਼ਾਰ ਦੀਆਂ। ਤਾਂ ਇਹ ਤਾਂ ਕੋਝਾ ਮਜ਼ਾਕ ਹੈ ਨੌਜਵਾਨਾਂ ਦੇ ਨਾਲ। ਬਿਲਕੁਲ ਉਹ ਅਲੱਗ ਨੇ। ਮੈਂ ਕਹਿੰਦਾ ਜਿਹੜੀਆਂ ਸਰਕਾਰੀ ਨੌਕਰੀਆਂ ਦੀ ਗੱਲ ਕੀਤੀ ਹੈ, ਉਹਦੇ ਲਈ ਤਾਂ ਇਹ ਕੰਮ ਕਰਨਾ, ਜਿਹੜਾ ਇਹਨਾਂ ਨੇ ਆਪਣੇ ਮੂੰਹੋਂ ਸ਼ਬਦ ਕੱਢਿਆ ਵੀ ਅਸੀਂ 50000 ਨੌਕਰੀਆਂ ਦੇਵਾਂਗੇ, ਉਹਨੂੰ ਪੂਰਾ ਕਰਨ, ਜਾਂ 1 ਲੱਖ ਦੇਵਾਂਗੇ, ਉਹ ਪੂਰਾ ਕਰਨ। ਔਰ ਉਹ ਪੂਰਾ ਤਦੋਂ ਹੀ ਹੋਏਗਾ ਅਗਰ ਉਹ 'ਚ ਫੀਸ ਘੱਟ ਹੋਏਗੀ। ਨਹੀਂ ਤਾਂ ਸਾਡਾ ਸੰਵਿਧਾਨ ਤਾਂ ਕਹਿੰਦਾ, ਗਵਰਨਮੈਂਟ ਆਰਟੀਕਲ 16 ਕਿ ਸਭ ਨੂੰ ਬਰਾਬਰ ਦਾ ਮੌਕਾ ਮਿਲੇ, ਓਪਰਚੁਨਿਟੀ ਮਿਲੇ, ਬਟ ਫੀਸ ਦਾ ਜਿਹੜਾ ਅੜੰਗਾ ਉਹ ਬਰਾਬਰ ਓਪਰਚੁਨਿਟੀ ਨਹੀਂ ਦੇ ਰਿਹਾ। ਬੜੇ ਲੋਕ ਉਸ ਓਪਰਚੁਨਿਟੀ ਨੂੰ ਨਹੀਂ ਲੈ ਪਾ ਰਹੇ ਕਿਉਂਕਿ ਉਹਨਾਂ ਕੋਲ ਪੈਸੇ ਫਾਰਮ ਭਰਨ ਲਈ ਵੀ ਨਹੀਂ ਹੈ। ਇਹਦੇ ਲਈ ਗਵਰਨਮੈਂਟ ਕੁਝ ਪ੍ਰਯਾਸ ਕਰੇ ਔਰ ਸਰਕਾਰੀ ਨੌਕਰੀ ਵੱਲ ਤੁਰੇ। ਸਰਕਾਰਾਂ ਦਾ ਅਸਲ ਕੰਮ ਕੀ ਹੁੰਦਾ, ਤੁਹਾਨੂੰ ਕੀ ਲੱਗਦਾ ਹੈ? ਕਹਿੰਦੇ ਨੇ ਕਿ ਰਾਜ ਨਹੀਂ ਸੇਵਾ। ਸੇਵਾ ਤਾਂ ਕਿੱਥੇ ਹੋ ਰਹੀ ਹੈ, ਸਾਨੂੰ ਦਿਖ ਹੀ ਰਿਹਾ। ਤੇ ਜਿਹੜਾ ਰਾਜ ਹੋ ਰਿਹਾ ਹੈ, ਕਿੰਨਾ ਖਤਰਨਾਕ, ਕਿੰਨਾ ਘਾਤਕ ਹੈ? ਦੇਖੋ, ਮੈਂ ਯੂਥ ਦੀ ਆਪਾਂ ਗੱਲ ਕਰ ਰਹੇ ਸੀਗੇ, ਤੇ ਜੇ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਤਾਂ ਡੈਫੀਨਿਟਲੀ ਯੂਥ 'ਤੇ ਤਾਂ ਉਹਦਾ ਅਸਰ ਪੈਂਦਾ ਹੀ ਹੈ। ਔਰ ਸਾਡਾ ਯੂਥ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਉਹ ਭਟਕਣ ਦੇ ਰਾਹ 'ਤੇ ਹੈ। ਤਾਂ ਫਿਰ ਆਪਾਂ ਜਿਹੜੇ ਬੱਚੇ ਨੂੰ ਇੱਕ ਸੁਨਹਿਰੀ ਸੁਪਨਾ ਦਿਖਾ ਰਹੇ ਹਾਂ ਕਿ ਤੁਹਾਨੂੰ ਆਹ ਦੇਵਾਂਗੇ, ਪਰ ਉਹਨੂੰ ਮਿਲ ਨਹੀਂ ਰਿਹਾ, ਉਹ ਰਾਜਨੀਤਿਕ ਸੇਵਾ ਤਾਂ ਨਹੀਂ ਕਹਿ ਸਕਦੇ, ਫਿਰ ਉਹਨੂੰ ਸੇਵਾ ਤਾਂ ਨਹੀਂ ਕਵਾਂਗੇ। ਉਹ ਤਾਂ ਅਸੀਂ ਉਹਨਾਂ ਨੂੰ ਹੋਰ ਚੋਟ ਮਾਰ ਰਹੇ ਉਲਟਾ, ਤਾਂ ਕਿ ਉਹ ਉੱਪਰ ਨਾ ਉੱਠ ਪਾਉਣ ਜਾਂ ਅੱਗੇ ਵਧ ਨਾ ਪਾਉਣ, ਆਪਣਾ ਡ੍ਰੀਮ ਲੈ ਹੀ ਨਾ ਪਾਉਣ। ਤਾਂ ਜਿਹੜੀਆਂ ਹਿੰਡਰੈਂਸਿਸ ਆ ਉਹ ਸਰਕਾਰ ਦਾ ਰੋਲ ਹੈ। ਜੇ ਕੋਈ ਦਿੱਕਤਾਂ, ਹਿੰਡਰੈਂਸਿਸ ਜਾਂ ਆਬਸਟੈਕਲਸ ਆ ਰਹੀਆਂ ਉਹਨਾਂ ਦੇ ਵਿੱਚ, ਉਹ ਸਰਕਾਰ ਹੀ ਦੂਰ ਕਰੇਗੀ। ਉਸ ਠੀਕ ਹੈ, ਸਮਾਜ ਦਾ ਵੀ ਹੱਲ ਹੋਏਗਾ, ਪਰ ਹਮੇਸ਼ਾ ਸਰਕਾਰ ਨੂੰ ਇਹਨਾਂ ਚੀਜ਼ਾਂ 'ਚ ਇੰਟਰਫੇਅਰ ਕਰਨਾ ਪੈਂਦਾ। ਉਹਨਾਂ ਦੀ ਇੰਟਰਵੈਂਸ਼ਨ ਚਾਹੀਦੀ ਹੈ। ਉਹ ਮੈਂ ਅਪੀਲ ਕਰਦਾ ਕਿ ਸਰਕਾਰ ਦੇ ਵਿੱਚ ਆਵੇ ਔਰ ਇਹ ਫੀਸ ਨੂੰ ਘੱਟ ਕਰੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਹੈ ਇਹਦੇ ਲਈ ਐਲੀਜੀਬਲ ਹੋ ਪਾਉਣ। ਜਿਹੜਾ ਇਹ ਸੋਸ਼ਲ ਗੈਪ ਆ ਗਿਆ ਹੈਗਾ, ਇਕਨੋਮਿਕ ਗੈਪ ਆ ਗਿਆ, ਉਹ ਪੈਸੇ ਹੀ ਨਹੀਂ ਦੇ ਪਾ ਰਹੇ, ਉਹਨੂੰ ਉਹ ਖਤਮ ਕਰਨ। ਇਹ ਕਿੱਡੀ ਵੱਡੀ ਤਰਾਸਦੀ ਹੈ ਸਾਡੇ ਸੂਬੇ ਦੀ, ਸਾਡੇ ਸਮਾਜ ਦੀ, ਕਿ ਨਸ਼ਾ ਇੰਨੀ ਈਜ਼ੀਲੀ ਤੇ ਘੱਟ ਪੈਸਿਆਂ ਵਿੱਚ ਮਿਲ ਜਾਂਦਾ ਹੈ। ਕਿਤਾਬ ਜਾਂ ਫਾਰਮ ਦੇ ਲਈ ਜ਼ਿਆਦਾ ਪੈਸੇ ਦੇ 3000 ਰੁਪਏ ਫਾਰਮ ਦਾ ਜਾਂ ਕਿਤਾਬ ਹੈ ਜਾਂ ਕੁਝ ਵੀ ਹੈ, ਆਪਾਂ ਉਹਨੂੰ ਕੰਪੇਅਰ ਕਰ ਲਈਏ ਤਾਂ ਉਹੀ ਹੈ ਵੀ ਸਿੱਖਿਆ ਤਾਂ ਸ਼ਰਾਬ ਦਾ ਠੇਕਾ ਤਾਂ ਬੜੀ ਜਲਦੀ ਖੁੱਲ੍ਹ ਜਾਂਦਾ ਹੈ, ਪਰ ਕਿਸੇ ਨੇ ਸਕੂਲ ਕਾਲਜ ਜਾਂ ਕੁਝ ਪੜ੍ਹਾਈ ਦਾ ਸੰਸਥਾਨ ਬਣਾਵੇ ਤਾਂ ਉਹਨੂੰ ਬੜਾ ਮੁਸ਼ਕਲਾਂ ਆਉਂਦੀਆਂ। ਜਾਂ ਕਿਸੇ ਨੇ ਫਾਰਮ ਭਰਨਾ, ਪੜ੍ਹ ਕੇ ਜੌਬ ਲੈਣੀ ਹੈ, ਉਹਨੂੰ ਮੁਸ਼ਕਿਲ ਆ ਰਹੀ ਹੈ। ਬਟ ਨਸ਼ਾ ਲੈਣਾ, ਜਿਵੇਂ ਤੁਸੀਂ ਕਿਹਾ, ਈਜ਼ੀ ਹੈ। ਬੜੀ ਖਰਾਬ ਗੱਲ ਹੈ ਇਹ। ਸਾਡੇ ਪੰਜਾਬ ਦੇ ਇੱਕ ਜਿਹੜੇ ਯੂਥ ਨੂੰ ਅਲੱਗ ਡਾਇਰੈਕਸ਼ਨ ਤੋਰ ਦਿੱਤਾ ਜਾਵੇਗਾ। ਆਪਾਂ ਨੂੰ ਸਰਕਾਰ ਨੂੰ ਇੰਟਰਫੇਅਰ ਕਰਨਾ ਚਾਹੀਦਾ, ਉਹਨੂੰ ਮੋਟੀਵੇਟ ਕਰੇ ਔਰ ਇਹਨਾਂ ਚੀਜ਼ਾਂ 'ਤੇ ਆ ਗਏ। ਅਵੇਅਰਨੈਸ ਦੀ ਲੋੜ ਯੂਥ ਨੂੰ ਜ਼ਿਆਦਾ ਹੈ ਕਿ ਸਰਕਾਰ ਨੂੰ? ਪਹਿਲਾਂ ਸਰਕਾਰ ਖੁਦ ਅਵੇਅਰ ਹੋਏਗੀ, ਤਾਂ ਹੀ ਤਾਂ ਯੂਥ ਨੂੰ ਅਵੇਅਰਨੈਸ ਦੇਵੇਗੀ ਨਾ। ਜਦੋਂ ਆਪਾਂ ਖੁਦ ਹੀ ਅਵੇਅਰ ਨਹੀਂ ਹਾਂ ਤਾਂ ਸਰਕਾਰ
ਯੂਥ ਨੂੰ ਕਿੱਥੋਂ ਆ ਜਾਏਗੀ? ਜਿਹੜੀ ਬਾਡੀ ਨੇ ਸਰ ਦੇਣਾ ਹੈਗਾ ਅਵੇਅਰਨੈਸ, ਉਹੀ ਨਹੀਂ ਅਵੇਅਰ, ਉਹਨਾਂ ਨੂੰ ਇਹ ਨਹੀਂ ਪਤਾ ਅਸੀਂ ਫੀਸ ਕਿ ਨਹੀਂ ਲੈ ਰਹੇ ਹਾਂ, ਤਾਂ ਫਿਰ ਉਹ ਯੂਥ ਨੂੰ ਤਾਂ ਅਵੇਅਰ ਥੋੜੀ ਕਰ ਰਹੀ ਹੈ, ਉਹ ਤਾਂ ਡੀਮੋਟੀਵੇਟ ਕਰ ਰਹੀ ਹੈ ਮੇਰੇ ਅਕੋਰਡਿੰਗ। ਪੰਜਾਬ ਦਾ ਭਵਿੱਖ, ਹਰ ਵਿਅਕਤੀ, ਹਰ ਪਰਿਵਾਰ, ਹਰ ਬੱਚਾ, ਹਰ ਨੌਜਵਾਨ ਇਹੀ ਕਹਿ ਰਿਹਾ ਕਿ ਖਤਰੇ ਦੇ ਵਿੱਚ ਦਿਖਾਈ ਦੇ ਰਿਹਾ ਹੈ, ਡਾਕ ਦਿਖਾਈ ਦੇ ਰਿਹਾ ਹੈ। ਜੀ ਮੌਜੂਦਾ ਸਿਨੈਰੀਓ ਨੂੰ ਦੇਖ ਕੇ ਤਾਂ ਇਦਾਂ ਹੀ ਲੱਗ ਰਿਹਾ ਹੈ ਕਿ ਡਰ ਦਿਖਾਈ ਦੇ ਰਿਹਾ ਹੈ। ਸਰਕਾਰ ਇਹਨੂੰ ਹੁਣ ਪੋਜ਼ਿਟਿਵ ਇੱਕ ਇਨਵਾਇਰਨਮੈਂਟ ਕ੍ਰੀਏਟ ਕਰੇ, ਮੈਂ ਬਾਰ-ਬਾਰ ਰਿਪੀਟ ਕਰਦਾ ਵਰਡ, ਔਰ ਇਹਦੇ ਉੱਪਰ ਕੁਝ ਕਦਮ ਚੱਕੇ ਤਾਂ ਕਿ ਯੂਥ ਨੂੰ ਲੱਗੇ ਵੀ ਸਰਕਾਰ ਸਾਡੇ ਲਈ ਕੰਮ ਕਰ ਰਹੀ ਹੈ, ਔਰ ਉਹਦਾ ਧਿਆਨ ਜਿਹੜਾ ਹੈ ਇੱਧਰ ਉੱਧਰ ਭਟਕਿਆ ਉਹ ਸਹੀ ਰਸਤੇ ਤੇ ਆਵੇ। ਮੇਰੀ ਅਪੀਲ ਹੈਗੀ ਹੈ, ਰਿਕੁਐਸਟ ਹੈਗੀ ਹੈ ਜੀ। ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਸਾਨੂੰ ਸਮਾਂ ਦੇਣ ਦੇ ਲਈ। ਤਾਂ ਅੱਜ ਦੀ ਇਹ ਜਿਹੜੀ ਖਾਸ ਮੁਲਾਕਾਤ ਸੀ, ਇਹ ਗੱਲਬਾਤ ਸੀ, ਇੱਕ ਅਪੀਲ ਅਸੀਂ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ, ਜੋ ਵੱਡੇ ਵੱਡੇ ਵਾਅਦੇ ਕਰਕੇ, ਦਾਅਵੇ ਕਰਕੇ, ਐਲਾਨ ਕਰਕੇ ਸੱਤਾ ਦੇ ਵਿੱਚ ਆਈ ਸੀ, ਪਰ ਉਹ ਵਾਅਦੇ ਕਿਤੇ ਵੀ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ, ਜਿਸ ਕਰਕੇ ਅੱਜ ਇਹ ਲੱਗ ਰਿਹਾ ਕਿ ਪੰਜਾਬ ਦਾ ਭਵਿੱਖ ਖਤਰੇ ਵਿੱਚ ਹੈ, ਨੌਜਵਾਨੀ ਖਤਰੇ ਵਿੱਚ ਹੈ, ਪਰ ਅਜਿਹਾ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਸਿਰਫ ਅਸੀਂ ਅਪੀਲ ਹੀ ਕਰ ਸਕਦੇ ਹਾਂ। ਕੈਮਰਾਮੈਨ ਵਿੱਕੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।